ਬੈਟਰੀ ਨਹੀਂ ਸੀ ਤੇ ਮੈਂ ਦੂਜੇ ਨਾਲ ਜੁਆਇਨ ਕਰਨਾ ਚਾਹੁੰਦਾ ਸੀ, ਉਹਦੇ 'ਚ ਆਈਡੀ ਨਹੀਂ ਹੈ ਤੇ ਉਹ ਜੁਆਇਨ ਨਹੀਂ ਸੀ ਕਰਨ ਦਿੰਦਾ, ਬਰਾਡ ਹੀ ਨਹੀਂ ਸੀ ਨਜ਼ਰ ਆ ਰਹੀ। ਤੁਹਾਨੂੰ ਮੈਂ ਦੂਸਰੀ ਗੱਲ ਜਿਹੜੀ ਜ਼ਰੂਰੀ ਪੁੱਛਣੀ ਹੋਏ ਵੇ ਕਿ ਮਲਕ ਸਾਹਿਬ, ਤੁਹਾਡੀ ਜਮਾਤ ਦੇ ਅਜ਼ੀਮ ਮੁਨਾਜ਼ਰ ਔਰ ਸੀਨੀਅਰ ਮੁਨਾਜ਼ਰ ਮੀਰ ਲਤੀਫ ਸਾਹਿਬ ਨੇ, ਜਾਣਦੇ ਹੋ ਉਹਨਾਂ ਨੂੰ, ਸਲੀਮ ਮੀਰ ਸਾਹਿਬ ਦੇ ਸੁਸਰ ਸਾਹਿਬ ਜੀ ਜੀ, ਉਹਨਾਂ ਨੇ ਕੋਈ ਅੱਜ ਤੋਂ 2 ਹਫ਼ਤੇ ਪਹਿਲੇ ਜੋਜ਼ਫ ਮਸੀਹ ਨੂੰ ਕਿਹਾ ਕਿ ਮੈਂ ਹੁਣ ਤੇਰੇ ਨਾਲ ਮੁਨਾਜ਼ਰਾ ਕਰਨਾ ਕਸਰੇ ਸਲੀਬ ਉੱਤੇ, ਕਸਰੇ ਸਲੀਬ ਉੱਤੇ। ਜੀ ਜੀ, ਅੱਜ ਉਹਨਾਂ ਦਾ ਮੈਨੂੰ ਫੋਨ ਅੱਗੇ ਆਇਆ ਸੀ ਬਈ ਮੈਂ ਗਿਆ ਉਹਨਾਂ ਦੀ ਬਰਾੜ ਤੇ ਕਿ ਟਾਈਮ ਤੇ ਡੇਟ ਤੈਅ ਕਰ ਲਓ ਕਦੋਂ ਮੁਨਾਜ਼ਰਾ ਕਰਨਾ ਕਸਰੇ ਸਲੀਬ ਉੱਤੇ, ਤੇ ਨਾਲੇ ਆਪਣਾ ਦਾਅਵਾ ਬਿਆਨ ਕਰ ਤੇ ਨਾਲੇ ਆਪਣੀ ਸ਼ਰਤਾਂ ਦੱਸ ਦਿਓ, ਮੁਸਲਮਾਨ ਬਿਆਨ। ਉਹਨਾਂ ਨੇ ਕਿਹਾ, ਮੀਰ ਲਤੀਫ ਸਾਹਿਬ ਨੇ ਕਿਹਾ ਕਿ ਮੈਂ ਕਸਰੇ ਸਲੀਬ ਦਾ ਦਾਵਾ ਔਰ ਉਹਦੇ ਦਲਾਇਲ ਫਰਾਹਮ ਕਰਾਂਗਾ ਹਦੀਸਾਂ ਦੀਆਂ ਕਿਤਾਬਾਂ 'ਚ, ਬੁਖਾਰੀ ਮੁਸਲਿਮ 'ਚ। ਉਹ ਜੋਜ਼ਫ ਮਸੀਹ ਨੇ ਆਖਿਆ ਬਈ ਮੀਰ ਸਾਹਿਬ ਤੁਹਾਡੀ ਤਬੀਅਤ ਠੀਕ ਹੈ, ਤੁਸੀਂ ਮੈਨੂੰ ਭਾਵੇਂ ਬੁਖਾਰੀ ਮੁਸਲਿਮ 'ਚ ਕਰੋ ਜਾਂ ਕੁਰਾਨ 'ਚ ਪੇਸ਼ ਕਰੋ, ਮੈਂ ਕ੍ਰਿਸਚਨ ਹਾਂ, ਨਾ ਮੈਂ ਤੁਹਾਡੇ ਕੁਰਾਨ ਨੂੰ ਮੰਨਣਾ ਤੇ ਨਾ ਮੈਂ ਤੁਹਾਡੀ ਬੁਖਾਰੀ ਮੁਸਲਿਮ ਨੂੰ ਮੰਨਣਾ। ਤੁਸੀਂ ਮੈਨੂੰ ਦਲੀਲ ਦੇਣੀ ਹੈ ਮੇਰੇ ਮੁਸਲਮਾਤ 'ਚੋਂ, ਬਾਈਬਲ 'ਚ ਜਾਂ ਤੌਰਾਤ ਵਿੱਚੋਂ। ਜੀ ਜੀ, ਕਿੱਥੇ ਟੁਰ ਗਏ ਹੋ? ਤੇ ਡੈਡਲਾਕ ਦਾ ਸ਼ਿਕਾਰ ਹੋ ਗਈ ਹੈ ਗੁਫ਼ਤਗੂ। ਤੁਹਾਨੂੰ ਮੈਂ ਇਹ ਪੁੱਛਣਾ ਹੈ ਕਿ ਮਲਕ ਸਾਹਿਬ, ਕਿਆ ਇਹ ਹੀ ਤੁਸੀਂ ਮਨਾਜ਼ਰ ਤੁਹਾਡੀ ਜਮਾਤ ਨੇ ਤਿਆਰ ਕੀਤੇ ਨੇ? ਇਹਨਾਂ ਦੀ ਉਮਰ ਹੀ ਸਾਰੀ ਗੁਜ਼ਰ ਗਈ ਹੈ। ਇਹ ਉਹਨਾਂ ਦੇ ਅਲਫਾਜ਼ ਮੈਂ ਕੋਡ ਐਂਡ ਕੋਡ ਕਰਨ ਲੱਗਾ। ਮੀਰ ਸਾਹਿਬ ਨੂੰ ਮੈਂ ਇੱਕ ਦਿਨ ਇੱਕ ਬਰਾੜ ਦੇ ਉੱਤੇ ਕਹਿੰਦੇ ਸੁਣਿਆ ਕਿ ਤੁਸੀਂ ਫਿਕਰ ਨਾ ਕਰੋ, ਸਾਰੀ ਜ਼ਿੰਦਗੀ ਇਸੇ ਦਸ਼ਤ ਦੀ ਸਿਆਹੀ ਵਿੱਚ ਸਾਡੀ ਗੁਜ਼ਰ ਗਈ ਹੈ ਜਨਾਬ। ਆਪਣੇ ਅਹਿਮਦੀ ਭਰਾ ਨੂੰ ਵੀ ਕਹਿੰਦੇ ਸਨ ਕਿ ਤੁਸੀਂ ਮੇਰੇ ਬਾਰੇ ਫਿਕਰ ਨਾ ਕਰੋ, ਆਪਣੀ ਤਾਂ ਸਾਰੀ ਉਮਰ ਹੀ ਇਸ ਦਸ਼ਤ ਦੀ ਸਿਆਹੀ 'ਚ ਗੁਜ਼ਰ ਗਈ ਹੈ ਤੇ ਮੈਂ ਜਾਣਨਾ ਇਹਨਾਂ ਗੱਲਾਂ ਨੂੰ। ਅੱਛਾ, ਜਿਨ੍ਹਾਂ ਦੀ ਸਾਰੀ ਉਮਰ ਗੁਜ਼ਰ ਗਈ ਹੈ ਔਰ ਇਸ ਵੇਲੇ ਉਹਨਾਂ ਦੀ ਉਮਰ ਵੀ ਨਜ਼ਰ ਆਉਂਦੀ ਹੈ ਕਿ ਮੇਰੇ ਤੇ ਤੁਹਾਡੇ ਤੋਂ ਕਾਫੀ ਅੱਗੇ ਨੇ, ਕਮ ਸੇ ਕਮ 10-15 ਸਾਲ ਅੱਗੇ ਹੋਣਗੇ, ਸਾਡੇ ਨਾਲ 70 ਦੇ ਕਰੀਬ ਹੋਣਗੇ। ਤੇ ਜਿਸ ਵੇਲੇ ਉਹਨਾਂ ਜੋਜ਼ਫ ਨੂੰ ਇਹ ਗੱਲ ਆਖੀ ਹੈ ਕਿ ਮੈਂ ਹਦੀਸਾਂ ਦੀਆਂ ਕਿਤਾਬਾਂ 'ਚੋਂ ਸਾਬਤ ਕਰਾਂਗਾ ਕਿ ਜਿਹੜੇ ਮਸੀਹ ਮਊਦ ਨੇ ਆਉਣਾ ਉਹਨੇ ਆ ਕੇ ਸਲੀਬ ਤੋੜਨੀ ਹੈ, ਕਸਰਤ ਸਲੀਬ ਕਰਨੀ। ਅੱਗੂ ਜੋਜ਼ਫ ਨੇ ਆਖਿਆ ਵੀ ਠੀਕ ਹੈ, ਤੁਸੀਂ ਹਦੀਸਾਂ ਦੀਆਂ ਕਿਤਾਬਾਂ 'ਚੋਂ ਕਰੀ ਰੱਖੋ, ਮੈਂ ਤੇ ਉਹਨਾਂ ਨੂੰ ਮੰਨਦਾ ਹੀ ਨਹੀਂ, ਨਾ ਤੁਹਾਡੀਆਂ ਹਦੀਸਾਂ ਨੂੰ ਮੰਨਣਾ ਨਾ ਤੁਹਾਡੇ ਕੁਰਾਨ ਨੂੰ ਮੰਨਣਾ, ਮੈਂ ਕ੍ਰਿਸਚਨ। ਇੱਥੇ ਤੁਹਾਡਾ ਕੀ ਕਹਿਣਾ ਹੈ ਇਸ ਦਸ਼ਤ ਦੀ ਸਿਆਹੀ ਵਿੱਚ ਗੁਜ਼ਰਨ ਵਾਲੀ ਉਮਰ ਦੇ ਬਾਰੇ ਤੇ ਉਸ ਉਮਰ ਦੇ गुजारन वाले के बारे में? जी मलिक साहब। तो क्या मीर साहब आप तो सारी बात मेरे कोर्ट में ला के छोड़ देते हैं ना, मुझे इधर का छोड़ेंगे ना उधर का छोड़ना है। तो बात ये है कि लेकिन जो बात खुद बंदा कहता है मुतकलम, ये उसकी जिम्मेदारी है, उससे ये सवाल करने हैं, पूछने हैं। लेकिन चले आप आ जाते हैं तो मैं दे देता हूँ जवाब। लेकिन मुसलमान हमारे अहमदी भाई कहते हैं तेन फूका भर दे, मैंने हूँ तुसी फूका भरी दी, हूँ फूक तो नहीं लेंदी, तो मैं जवाब दे देता हूँ प्यारे भाई, जितनी मेरी अक्ल है या शऊर फहम है। देखिए आप उनको उसकी बात 100% ठीक है, कुरान से या हदीस से आप क्या जवाब दो, वो तो उसका इनकारी है। उनके जो मुसलमात हैं उनमें से आपने जवाब देना है, और जवाब देकर चलो उसमें से जो वो लिखा हुआ है आपने अकली दलील के साथ साबित करना है कि ये जो आप बता रहे हो लिखा हो ये गलत है, ये ऐसा नहीं हो सकता, ये इसकी दलील है, आपने जो लिखा है ये पढ़ा है ये गलत है, ये ठीक है। ये नहीं है कि उनके जो उनकी इंजील है या तौरात है उसमें से देना है, उसमें से बयान ज़रूर करना है, लेकिन फिर अकली
نظام دلیل دینی ہے کہ یار یہ بات کیسے ممکن ہے، یہ ممکن نہیں ہو سکتا، ایسا نہیں ہو سکتا، یہ بات ہمارے قرآن میں لکھی ہے، یہ بات ٹھیک ہے، یہ ممکن ہے، ابھی اس کی دلیل تم ہمیں توڑ کر دکھاؤ، قرآن کی دلیل، تمہاری دلیل جو تم قائم کرتے ہو تورات یا انجیل کی، ہم عقلی دلیل سے توڑتے ہیں، یہ دیکھو اس کی یہ دلیل ہے، یہ دیکھو یہ دلیل، اور جوابتاً پھر دلیلیں توڑ کر پھر آپ قرآن سے ان کے سامنے دلیل رکھو، اسلام سے دلیل رکھو، ان کو ہن مرض بنو ہن انہوں توڑ کے دکھا، یہ بات کرنے کا اسلوب ہے میرے نزدیک۔ میں کوئی عقل کل نہیں ہوں، میں اپنی رائے دے رہا ہوں صرف۔ جزاک اللہ۔ نہیں، میرا جو ہے نا وہ ارادہ یہ ہے کہ آپ اس پر تھوڑا سا غور و فکر کر لیں کہ یہ بات اتنی نہیں ہے، صرف یہ بات ایک اصول کی ہے۔ اگر جماعت کے اندر جو بڑے مناظر ہیں، سینئر مناظر ہیں، عمر رسیدہ آدمی ہیں، اگر ان کو اتنا بھی پتہ نہیں ہے کہ مناظرہ کرنے کے لیے آپ کو مخالف کو اس کے گھر سے دلیل دے کے کنونس کرنی ہے، نہ کہ اپنے گھر کی دلیل۔ اب آپ اگر میرے سامنے پیش کریں کہ مرزا صاحب نے حقیقت الوحی میں یہ لکھا ہے، چشمہ معرفت میں یہ لکھا ہے، امامت البشرا میں یہ لکھا ہے، انجام آتم میں یہ لکھا ہے، جنگ مقدس میں یہ لکھا ہے، برائنیہ میں کیا کروں گا؟ میں کہوں گا رکھو اپنے پاس، میں مرزا صاحب کو مانتا ہی نہیں، نہ ان کی تحریر کو مانتا ہوں، میرے لیے حجت ہے ان کی بات۔ کیا پیش کرتے میرے سامنے میرے مسلمات سے دلیل پیش کرو گے تو میں بتاؤں گا کہ وہ دلیل صحیح ہے یا غلط ہے، یعنی اس کو کم از کم میں یا قبول کر لوں گا یا اس کا صحیح معنی بیان کروں گا اگر آپ اس کو مس کوٹ کر رہے ہوں گے، لیکن کم از کم وہ میرے گھر سے دلیل تو ہوگی۔ اتنا تو یار ان کو سمجھا دے خدا کے لیے۔ ابھی آ جائیں گے آپ کے ساتھی، وہ آپ کے کوئی دائیں کندھے پہ چڑھ جائے گا، کوئی بائیں کندھے پہ چڑھ جائے گا، ملک صاحب کھلو جو مینوں گل کرن دو اے نال، کوئی منو خنزیر کہے گا، کوئی منو کچھ کہے گا، کوئی کچھ کہے گا۔ ان کو اپنی براڑ سے نیچے اتاریں اور ان کو کہیں کہ بھئی یار وجہ سے چلے میری جذباتی طبیعت ہے یا کچھ بھی ہے، میں وہاں جا نہیں سکتا، لیکن جماعت احمدیہ کا جو بھی بندہ آپ کے پاس آتا ہے ان کو بھیجیں، کیا نام ہے ان کا، میر لطیف صاحب کی براڑ، اور ان کو یہ سمجھا کے بھیجیں کہ یار ان کو سمجھاؤ جا کے کہ اگر آپ نے ساری عمر اس دشت کی سیاہی میں گزاری ہے نا تو آپ کو تو مناظرے کی بنیادی بات کا ہی پتہ نہیں ہے۔ ابھی وہ جوزف مسیح کوئی تیار کر رہا ہوگا وہ تھم نیل، وہ مجھے کال کرے گا، مجھے جانا ہوگا، میں کیا کہوں؟ پھر یہ کہیں گے کرسچنوں کے ساتھ مل کے ہمارے خلاف بولتا ہے، میرے خلاف بولتا ہے، کیا کہیں ہم؟ غلط کو غلط نہ کہیں، صحیح کو صحیح نہ کہیں، تو اپنے ان ساتھیوں کو بھیجیں۔ اگر آپ خود جا کے سیدھا میر لطیف صاحب کی چھاتی میں نہیں واج سکتے، مجھے پتا ہے کہ میں آپ کو اتنا نہیں کر سکتا، ظاہر ہے آپ کا بھی، لیکن کم از کم یہ جو آپ کے دائیں بائیں آ کے ہمیں گالیاں دیں گے ان کو تو اتاریں براٹ سے، ان کو کہ جاؤ یار ان سے پوچھ کرو یہ آپ نے کیوں حرکت کی ہے اور کیوں اس کے سامنے جوزف مسیح کے سامنے یہ بات کی۔ آپ کو پتہ ہی نہیں ہے مناظرہ کیسے کیا جاتا ہے، اور اپنے احمدیوں کے سامنے پہلوان بنے ہوئے ہو کہ جناب ہم تو ساری عمر ہی ہماری اس دشت کی سیاہی میں گزری ہے۔ عامر صاحب آگے ٹروتھ سیکر صاحب۔ جی جی فکر بھائی آپ بات کرنا چاہتے ہیں یا کوئی اور بھائی بات کرنا چاہتا ہے؟ السلام علیکم ورحمۃ اللہ۔ وعلیکم السلام ورحمۃ اللہ وبرکاتہ۔ کس بات پہ بات چیت؟ جو سنی ہے ہمیں نذیر صاحب کی بات آپ نے سنی ہے؟ میں تو ابھی میں کچھ کہہ رہے تھے، پہلے آپ تھوڑی دیر رکیں، بات سنیں، پھر آپ ان کی بات لے کر جواب دیجیے گا۔ عامر صاحب کی ایک حد تک بات ٹھیک ہے لیکن مکمل ٹھیک نہیں ہے، کہ اگر ہندوؤں کی جو ان کی کتاب ہے، ہم نے اگر ہندوؤں سے مناظرہ کرنا ہے تو ان کی کتاب سے کرنا، ان کی کتاب تو ان کے نزدیک میں سچ لکھا ہوا ہے، تو پھر ان کی کتاب ہم نے پہلے ماننی ہے، ان کی کتاب میں یہ چیزیں ماننا، ان میں ان کو دکھانی ہے۔ ایسا نہیں ہوتا عامر صاحب، جو ان کی کتب ہے اس کو دلیل سے رد کرنا، یہ بات ٹھیک ہے کہ ان کے جو بھی عقائد ہیں ان کو دلیل کے ساتھ ہم نے رد کرنا ہے کہ یہ کیسے ممکن ہے، یہ تو ہو ہی نہیں سکتا، یہ تو عقل والی بات نہیں ہے۔ مائک میوٹ کر لیں پلیز۔ تو یہ بات ٹھیک ہے، لیکن یہ جو آپ کا سراسر یہ مطالبہ ہے کہ ان کی کتب سے، ان کے مسلمات سے، یہ تو کوئی ثابت کر ہی نہیں سکتا۔
آپ ہندوؤں کی کتاب سے ثابت کر دیں کہ محمد صلی اللہ علیہ وسلم اللہ کے نبی رسول نہیں ثابت کر سکتے. تو یہ چیز بالکل نہیں ہے جو آپ جس طرف لے کر جا رہے ہیں. لیکن یہ بات ٹھیک ہے کہ ان کے جو بھی، کیونکہ ہمارے ان کی چیزیں عیسیٰ علیہ السلام تک سانجھی ہیں. ہماری بہت ساری چیزیں جو قرآن میں بھی ہیں وہ ان کی خود اس میں ہیں، کتابوں میں ہیں، ان کی جتنی کتب ہیں ان میں ہیں. ہم ان کو دلیل سے رد کر سکتے ہیں، دلیل کے ساتھ. لیکن آپ کہیں کہ ان کی کتابوں سے ہی سب کچھ دکھانا ہے تو یہ نہیں دکھا سکتے ہم، ایسا نہیں ہو سکتا، نہ آج تک ہوا ہے. لیکن ان کی دلیلوں کو اپنی دلیلوں سے رد کر کر بتا سکتے ہیں کہ یہ جو آپ کا عقیدہ ہے یہ عقل کے خلاف ہے، دلیل نہیں بنتی اس کی. اور جو ہمارے پاس دین ہے، دین اسلام، اللہ کی کتاب قرآن، اس میں اسی عقیدے کی جو ہم بنا رہے ہیں یہ دلیل بنتی ہے، یہ عقلی دلیل میں آتی ہے، اس طرح اس طرح اس طرح. یہ بات کرنے کا اسلوب ہے. لیکن جو آپ عامر صاحب کر رہے ہو میرے نزدیک بالکل ہی غلط ہے کہ آپ ساری بات ان کی کتب سے ہی کرنی ہے. پھر تو آپ نے اپنا کوئی حق بات بتا ہی نہیں سکتے. جو بات میں نے آپ کے آگے رکھی، ہندوؤں کی کتب، سکھوں کی جو ہے کتاب، یا اور جو دنیا میں مذاہب ہیں ان کی جو بھی مسلمات ہیں ان کے پاس کتب ہیں، آپ ان میں سے ثابت کر سکتے ہیں اسلام یا اللہ یا رسول یا نبی؟ بالکل بھی نہیں. تو اس لیے پیارے بھائی بالکل اس پر جانا غلط ہے. ہاں یہ بات ٹھیک ہے جو ان کے عقائد ہیں انہیں کہو بتاؤ جی، پھر ان کو دلیل کے ساتھ رد کرنا، دلیل کے ساتھ دلیلیں قائم کرنا کہ یہ آپ کا عقیدہ غلط ہے، یہ غلط ہے، یہ غلط ہے. یہ عقیدہ اب ہمارے پاس آ جو ہم تمہیں دلیل کے ساتھ بتاتے ہو اللہ کی کتاب قرآن سے، اور صرف قرآن سے نہیں بتائیں گے، دلیل بھی دیں گے ساتھ میں، یہ سچ ہے، یہ سچ ہے، یہ دلیل کے ساتھ. یہ بات عامر بھائی جی. اچھا ملک صاحب، ایک کوشش کیا کریں، آپ بھی عادت ڈالیں اور دوسرے ساتھیوں کو بھی پتہ ہونا چاہیے کہ بات کو ریپیٹ نہیں کرنا چاہیے. ایک بات کو جب آپ ریپیٹ کرنے لگ پڑتے ہیں نا تو وہ بڑا ہی عجیب لگتا ہے. کوشش کیا کریں کہ چھوٹی چھوٹی بات کریں، لیکن جو ایک بار کر لی اس کو دوبارہ نہ. بات یہ ہے، اب میری بات اپنے غور سے سنیے. پہلی تو بات یہ ہے کہ نبی علیہ الصلوۃ والسلام کے بارے میں اسلام کے آنے سے پہلے جتنے بھی مذاہب تھے اور ان کے جتنے بھی صحیفے ہیں، تمام قرآنی کتب میں، بھلے وہ الہامی مذاہب ہیں یا غیر الہامی، دو طرح کے مذاہب ہیں. یعنی الہامی مذاہب سے مراد تورات انجیل وغیرہ ماننے والے کرسچن اور جیوز وغیرہ ہیں. جو غیر الہامی مذاہب ہیں جیسے ہندو ہیں، بدھسٹ ہیں، ان کو ہم غیر الہامی مذاہب بولتے ہیں. ان تمام مذاہب کے صحیفوں میں ایک آخری پیغمبر کے آنے کا ذکر موجود ہے. ہاں اس میں فرق اتنا ہے کہ یہ جو غیر الہامی مذاہب ہیں ان میں تھوڑا سا اس کا امیج اور طرح سے کر کے پیش کیا گیا ہے کہ ایک آخری اوتار آئے گا، اور جو الہامی مذاہب ہیں اس میں یہ ہے کہ وہ آخری رسول آئے گا. یہ تو ہے نقلی دلیل. لیکن اگر کوئی ایسا مذہب ہو دنیا میں، کوئی ایسی قوم ہو جس کے پاس کوئی ایسی نقلی ڈاکومنٹ، جس کو ہم بولتے ہیں ڈاکومنٹری پروف نہ ہو، اس کی کوئی ڈاکومنٹ اس کا نہ ہو، کوئی کتاب کسی کو فالو نہ کرتا ہو، جیسے فرعون اور نمرود تھے، ان کو ہمارے انبیاء نے کیا دلائل دیے تھے؟ ان کے سامنے کوئی کتاب پیش کی تھی؟ نہیں، ان کے سامنے لاجک پیش کی تھی، عقل سے ان کو بتایا تھا. جس طرح سیدنا ابراہیم علیہ السلام نے ان کے بتوں کو توڑ کے کلاڑا بڑے کے کندھے پہ رکھ کے کہا تھا کہ بھئی اس سے پوچھ لو کس نے ان کو مارا ہے، کس نے ان کو، اس نے قتل کیا ہوگا نا جو کلاڑا جس کے تو انہوں نے کہا کہ ابراہیم آپ تو جانتے ہیں کہ یہ تو بات نہیں کر سکتے، یہ تو بول نہیں سکتے. تو سیدنا ابراہیم علیہ السلام نے فرمایا تھا توف ہے تمہاری عقل پر کہ تم ان کی پوجا کرتے ہو جو بول بھی نہیں سکتے. تو جب کوئی ایسی قوم آپ کے سامنے کھڑی ہو جس کے پاس کوئی ڈاکومنٹ نہ ہو تو اس کو پھر عقل سے دلیل دی جاتی ہے. میں یہ نہیں کہہ رہا کہ آپ اپنے ہر دعوے کو، مکمل دعوے کو ان کی کتاب ہی سے لفظ بلفظ ثابت کریں، یہ میں نے نہیں کہا جو آپ باتیں کر رہے ہیں. میں نے یہ کہا ہے اگر آپ کوئی دعویٰ کرتے ہیں تو اس دعوے کی دلیل یا اس کے ڈاکومنٹ سے، اس کی کتاب سے دی جاتی ہے. اگر آپ کے سامنے اس کی کوئی کتاب ایسی نہیں ہے
یا اس کی کتاب سے آپ دلیل نہیں دے سکتے, اس کی کتاب میں کوئی ایسی چیز نہیں ہے جو آپ, پھر ایک عقل ہے جو سارے انسانوں میں سانجھی چیز ہے. عقل ہر انسان کو اللہ تعالیٰ نے دی ہے. نمرود میں بھی دماغ میں سر میں عقل تھی, ابراہیم علیہ السلام کے سر میں بھی عقل تھی, اسی طرح سے فرعون کے سر میں بھی اللہ تعالیٰ نے عقل ڈالی تھی, موسیٰ علیہ السلام کے سر میں بھی عقل ڈالی تھی. تو ان کو عقل سے دلیل دی گئی کیونکہ وہ کسی کتاب کو فالو نہیں کرتے. تو بہرحال آج کی جو بات ہے وہ میں نے یہ کی ہے کہ میر لطیف صاحب نے جوزف مسیح کو یہ کہا ہے میں کسر سلیب کی دلیل تمہیں دوں گا بخاری مسلم سے. اس بات پر میرا دل کرتا ہے کہ ماتم کیا جائے کہ یہ آپ کے مناظر ہیں, یہ مناظر تیار کیے ہیں آپ کی جماعت نے. بھائی اگر آپ بائبل سے نہیں دے سکتے تو آپ کہیں میں عقل سے دے لوں گا, تمہارے میرے درمیان عقل تو مشترک ہے نا. لیکن یہ تو نہ کہیں کہ میں تمہیں بخاری مسلم سے ثابت کروں گا کہ مسیح موعود نے آ کے سلیب کو توڑنا ہے. کوئی بات کرنے والی ہے؟ جی ملک صاحب. عامر صاحب آپ میری بات پر آ گئے ہیں. جو بات میں کر رہا تھا کہ عقلی دلیل کے ساتھ ابھی آپ اس جگہ پر پہنچ گئے ہیں, لیکن پہلے اس جگہ نہیں تھے. بس اتنی ہی میری بات ہے, اب آپ ادھر آ گئے ہیں. اب میرے آپ کے ساتھ کوئی اس میں اختلاف نہیں ہے, دلیل کے ساتھ بات کی جاتی ہے. ان کی جو بھی کتب میں ہے اس کو دلیل سے ہم نے رد کرنا ہے. اگر وہ بات ہماری ٹھیک ہے تو ہمارے پاس عقلی نظام دلیل ہوگی کہ یار یہ عقیدہ جو ہے اس طرح نہیں ممکن, جس طرح نہیں ہو سکتا, ایسا نہیں ہوا, نہ ہوتا ہے نہ ہو سکتا ہے. دلیلیں قائم کرنی ہیں جی. اور یہ ابھی آپ اس جگہ پر آ گئے ہیں تو ابھی میری آپ سے کوئی بحث نہیں ہے. لیکن یہ کہنا کہ ہم قرآن سے یا بخاری سے وہ بیان کریں گے کسر صلیب جو ہوئی تھی یا ہونی ہے, تو وہ میرے نزدیک ٹھیک نہیں ہے. ہاں یہ آپ کہہ سکتے ہو کہ قرآن کی آیت اس کو نہ بتاؤ, آپ قرآن کی وہ جو بھی مضمون ہے اس کو لیں اور اس پر عقلی دلیل قائم کریں. آپ قرآن کا حوالہ دیں گے, وہ کہے گا تو قرآن کو تو میں مانتا ہی نہیں ہوں. بھائی یہ کیا میرے سامنے رکھا ہے بخاری, یہ جو حدیث کی کتب, میں تو ان کو مانتا ہی نہیں. آپ ان سے حجتیں لیں, بیان کریں, لیکن دلیل اپنی قائم کریں. یہ بالکل ٹھیک ہے, کیونکہ قرآن سے زیادہ سچ کس کے پاس ہے؟ قرآن سے زیادہ سچ تو دنیا کے پاس نہیں ہے, تو ہم نے وہیں سے سچ لینا ہے. لیکن بول کے اپنے مخالفین کو نہیں واسطے دینا جو قرآن کے انکاری ہیں, کیونکہ وہ ہم سے مقابلہ کر رہے ہیں, مناظرہ کر رہے ہیں. تو ہمارا کام ہے قرآن سے عقلی دلیلیں لینی, ان پر خود دلیلیں قائم کرنی اور وہ دلیلیں ان کے سامنے رکھنی. یہ معیار ٹھیک ہے. باقی یہاں تک آپ کی بات ٹھیک ہے کہ کسی مسیح کو یا یہود کو کہیں کہ ہم آپ کو قرآن سے ثابت کریں گے, ہم آپ کو حدیث سے, جب مناظرہ ہو, ہاں جب علمی بات ہو تو ضرور یہ بات آپ کرو کہ ہم آپ کو قرآن ہماری کتاب آسمانی ہم اس سے ثابت کرتے ہیں, ہمارے نبی نے یہ فرمایا ہے, اس کو ہم اپنی دلیل سے ثابت, یہ بات ٹھیک ہے. لیکن جب مناظرے کی بات ہو تو پھر آپ یہ نہیں کہہ سکتے. آپ نے یہی کہنا ہے کہ آ جاؤ بھائی ہم آپ کو دلیل سے بتاتے ہیں. آپ دلیل قرآن سے لے, قرآن سے بڑھ کر سچ کدھر ہے؟ کسی کے پاس نہیں ہے, دنیا کے پاس نہیں ہے. وہاں سے سچ لے کر اس پر اپنے ذہن سے دلیلیں بنائیں, عقلی دلیلیں بنا کے وہ ان کے سامنے پیش کریں. انہیں ان کی جو عقلی دلیلیں ان پر وہ دلیلیں قائم کریں, وہ آپ کو کبھی بھی ہارنے نہیں دیں گی. اور وہی ایمانی اور علمی بات یہی ہے. جزاک اللہ. اچھا, وہ اپنا جوزف مجھے کال کر رہا ہے, کوئی بندہ ہے جوزف مسیح کو بلا کے لے آئے, اس کو کہ ذرا براڈ بند کر دے, ادھر آ جائیں. اس بات پر اتفاق ہو گیا ہے کہ میر صاحب نے یہ غلط بات کہی ہے. اگر کسر صلیب پر انہوں نے مناظرہ کرنا ہے تو کسر صلیب کی دلیل انہوں نے قرآن اور حدیث سے نہیں پیش کرنا, یا تو مخالف کے مسلمات سے پیش کریں گے یا اپنی عقل سے پیش کریں گے. عقل سے سمجھائیں گے اس کو کہ بھائی مسیح موعود نے آ کے کسر صلیب کی کرنی ہے. یہ بات جو انہوں نے کہی ہے یہ غلط ہے. یہاں پر اگر کوئی بندہ اس سے اختلاف کرتا ہے تو پہلے ملک صاحب آپ سے بات وہ کر لیں. بلال بھائی اگر آپ تھوڑا سا سفر کر سکتے ہو تو جو جی میں کھا کے روٹی رہا سے لیکن میں اٹھ کے آیا, مجبوری دو وہ بیٹھ جا پاڑے آ گڈی لے کے لگے جاؤ. تو جوزف مسیح کو وہ امر کہتا ہے 1 منٹ آؤ ملک صاحب. کیڑی انہاں دی یہ براڈ جیسس لکھا ہونا ٹروتھ سیکر صاحب, آپ کو کوئی بات سمجھ میں آئی ہے؟ اب آپ اپنا جو بھی رائے دینا چاہتے ہیں. ججا بھائی السلام علیکم.
अस्सलाम वालेकुम। वालेकुम सलाम। अजय भाई कैसे हैं, किधर गायब हुए हैं, खैरियत है ना? हाँ जी, अल्लाह का शुक्र है, ठीक ठाक, दुआएं हैं आप। खुश रहे, आबाद रहे। जज़ाक। जी तो सीकर साहब आप क्या कहना चाहते हैं, या कोई और भाई बात करना चाहते हैं? इसी टॉपिक पे से हटना नहीं है प्लीज। हाँ जी, हाँ जी, ये तो जो दलाइल जो आपके अकायद है ना, अकायद की जो बुनियाद है वो कुरान करीम की मुहकम आयात है। आप कुरान करीम की मुहकम आयत से हर अकीदे का, स्पेशली जो बुनियादी अकीदे हैं उनका फैसला कर सकते हैं, और आपको तो पता चल सकता है कि ये अकीदा ठीक है या ये अकीदा बातिल है। और अगर ये कहा जाए कि कुरान मजीद से भी ये फैसला नहीं हो सकता, तो ये तो फिर आप नाउज़ बिल्लाह अल्लाह पे सवाल उठा रहे हैं कि अल्लाह ताला ने कुरान मजीद में अकायद जो है वो भी क्लियरली। ठीक हो? अच्छा जोसेफ भाई, उधर मलक गवान साहब दी बरात दे उत्ते अलामा साहब बैठे ने ते ओ बुला रहे ने, जरा आ सकदे हो? अगर ਤੇ ਮੈਂ ਉਹਨਾਂ ਨੂੰ ਸਗੋਂ ਇੱਥੇ ਬੁਲਾ ਰਿਹਾ ਸੀ। ਉਹ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਉੱਥੇ ਨਾ ਇੱਕ, ਆ ਜਾਓ ਤੇ ਫਿਰ ਵਾਪਸ ਆ ਜਾਵਾਂਗੇ। ਇੱਕ ਮਿੰਟ, ਮੈਂ ਦੂਜੇ ਫੋਨ ਤੋਂ हाँ दूजे फोन तो आ जाओ बेशक, ठीक है ठीक। ਮੈਂ ਇੱਥੇ ਬੈਠਾ ਰਹਿਣਾ ਹੈ। हाँ हाँ ठीक बेहतर। ਉਹਨਾਂ ਨੇ ਮੇਰੇ ਵਾਸਤੇ ਦੁਆ ਲਈ ਹੈ। हाँ जी बेशक ਇੱਥੇ ਬੈਠੇ ਰਹੋ ਤੇ ਦੂਜੀ ਆਈਡੀ ਤੋਂ ਉੱਤਰ ਆ ਜਾਓ। ਮਿਹਰਬਾਨੀ, ਸ਼ੁਕਰੀਆ। ਹਾਂ ਇਧਰ ਵੀ ਸੁਣਾਓ ਤੁਹਾਨੂੰ ਦੇਖੀ ਗੱਲ। ਲਾਮਾ ਸਾਹਿਬ ਕਿਹੜੇ ਆ? ਆਪਣੇ ਲਾਮਾ ਸਾਹਿਬ? ਨਹੀਂ ਨਹੀਂ, ਉਹ ਆਪਣੇ ਕਿਹੜੇ ਆ? ਆਪਣੇ। ਅੱਛਾ, माइक म्यूट कर लें मोहब्बे अले बैद भाई। जी जी आ रहे मैम, जी जी आ रहे हैं, ठीक। जी टू सीकर साहब। जी, फिर एक बड़ी इंपॉर्टेंट चीज़ ये है कि कुरान मजीद की आयत पे जब आप गौर करते हैं तो आपने ये देखना है कि वो क्या अकली बात कर रही है, ठीक है? और उसमें ये नहीं कि आपने जी ऐसी बात करनी है कि जी वो कुरान अगले की बात को रद्द करते करते कोई ऐसी बात करे कि कुछ समझ ही ना आए कि कुरान मजीद की आयत जो है वो उसकी अकली बात को है क्या, ये आप खुद बता ना सकें, ठीक है? लेकिन हर बात को रद्द करते रहे और ऐसे बेमानी जो है तर्जमा करें कि कोई अकली बात ना समझ जाए कि अकली बात आप कर क्या रहे हैं, या कुरान मजीद की आयत क्या कर रही है, उससे आप क्या अकली बात समझें, ये समझा ना सकें, लेकिन बस आप अगले को रद्द कर रहे हैं। कि हमेशा याद रखें कि कुरान मजीद की आयत से क्या अकली बात निकल रही है, क्या वाज़े तौर पे उसके लफ्ज़ी तर्जुमा से क्या अकली बात निकल रही है, ठीक है? ये ज़रूरी है। ये नहीं कि आपने, कई दफ़ा मैंने गौर किया है कि जो लोग हैं वो मुखालफत में आके और एक बड़ी वाज़े लफ्ज़ी तर्जुमा से एक अकली बात निकल रही है, और वो जो मुखालफीन है वो मुखालिफ लोग सिर्फ उसको रद्द करने की खातिर कोई ऐसी थल्ले वॉरियर ऑफ जीसस आ गए ने मलक साहब, ते यार मैं उन्होंने उनको चौक उठा नहीं पा रहा, उनकी रिक्वेस्ट देख रहा हूँ, मैं उसे एक्सेप्ट कर रहा हूँ लेकिन हो नहीं रही, वो उससे प्ले नहीं हो रही। ਹੋਣਾ ਕਿਸ ਤਰ੍ਹਾਂ ਜਦੋਂ ਤੁਹਾਡੀਆਂ ਸੀਟਾਂ ਫੁੱਲ ਨੇ ਤੇ ਹੋਣਾ ਕਿਸ ਤਰ੍ਹਾਂ ਐਕਸੈਪਟ ਕਿਸ ਤਰ੍ਹਾਂ ਹੋਣਾ? हाँ सॉरी सीट खाली है नहीं। सॉरी मैं सीटा नहीं तक मैं शुरू हो गया। अच्छा एक भाई कोई थोड़ी सी ਆਹੋ गुंजाइश ਸਵਾਰੀ करेगा? ਕਿੱਥੋਂ ਬਹਿਣੀ ਹੈ ਬਈ? 5 ਸਵਾਰੀਆਂ ਆਪਣੀਆਂ ਘਰ ਦੀਆਂ ਭਾਈਆਂ ਨੇ। दो लोग काम होंगे। ठीक है, कोई बात नहीं जी, बन गई जी जगह आगे, ठीक करो गल। ਜੋਜ਼ਫ ਸਾਹਿਬ ਵੈਲਕਮ। ਤੁਸੀਂ ਇਹ ਦੱਸੋ, ਮੈਂ ਤੁਹਾਡਾ ਵਾਅਦਾ ਕੀਤਾ ਸੀ ਤੁਹਾਡੀ ਬਰਾੜ ਤੇ ਆਂਦਾ, ਲੇਕਿਨ ਮੈਂ ਇੱਥੇ ਮਲਕ ਸਾਹਿਬ ਨਾਲ ਆ ਕੇ ਪਹਿਲਾਂ ਕਹਿ ਲਓ ਵੀ ਮਾਤਮੇ ਕੀਤਾ ਹੈ ਬਈ ਮੀਰ ਸਾਹਿਬ ਕਿਸ ਤਰ੍ਹਾਂ ਦੀ ਗੱਲ ਕਰਨ ਲੱਗੇ ਨੇ। ਥੋੜੀ ਜਿਹੀ ਉਹ ਗੱਲ ਦਾ ਖੁਲਾਸਾ ਸੁਣਾਓ ਕਿ ਤੁਹਾਡਾ ਤੇ ਮੀਰ ਸਾਹਿਬ ਦਾ ਅੱਜ ਤੋਂ 2 ਹਫ਼ਤੇ ਪਹਿਲੇ ਕਿਸ ਮੌਜੂ ਤੇ ਮੁਨਾਜ਼ਰਾ ਤੈਅ ਹੋਇਆ ਸੀ ਤੇ ਅੱਜ ਤੁਸੀਂ ਗਏ ਹੋ ਤੇ ਕੀ ਗੱਲਬਾਤ ਹੋਈ? ਆਮਿਰ ਭਾਈ ਪਤਾ ਨਹੀਂ ਪਿੱਛੋਂ ਨਾ ਸ਼ੋਰ ਕਿਤੇ ਆ ਰਿਹਾ, ਮੈਂ ਅਸਲ ਦੇ ਵਿੱਚ ਰਿਕਾਰਡਿੰਗ ਵੀ ਕਰਨ ਲੱਗਾ ਵਾਂ। ਗੱਲ ਇਹ ਹੋਈ ਸੀ ਕਿ ਉਹ ਜਿਹੜਾ ਐਸਪੀ ਜੌਨ ਸਾਹਿਬ ਦੇ ਨਾਲ ਮੁਨਾਜ਼ਰਾ ਹੋਇਆ ਸੀ ਨਾ, ਉਹ ਫਿਰ ਹੁੰਦਾ ਡਾਇਵਰਟ ਹੁੰਦਾ ਮੇਰੇ ਨਾਲ ਮੁਨਾਜ਼ਰਾ ਹੋਇਆ। ਮੇਰੇ ਨਾਲ ਫਿਰ ਜਿਹੜਾ ਮੁਨਾਜ਼ਰਾ ਹੋਇਆ ਉਸ ਤੋਂ ਬਾਅਦ ਇਹ ਐਂਡ ਦੇ ਵਿੱਚ ਨਾ ਮੈਂ ਸਲੀਪ ਵਹਾਈ ਇਹਨਾਂ ਨੂੰ ਕੱਢ ਕੇ, ਇਹਨਾਂ ਨੇ ਕਿਹਾ ਜੀ ਅਸਾਂ ਕਸਰੇ ਸਲੀਪ ਕਰਤੀ ਹੈ ਤੇ ਅਸੀਂ ਤੁਹਾਡਾ ਮੁਨਾਜ਼ਰਾ ਕਰਨਾ ਕਸਰੇ ਸਲੀਪ ਦੇ ਉੱਤੇ। ਅੱਛਾ, ਹਾਲਾਂਕਿ ਮੇਰੇ ਨਾਲ ਵੈਸੇ ਮੁਨਾਜ਼ਰਾ ਨਹੀਂ ਸੀ ਬਣਦਾ, ਲੇਕਿਨ ਮੈਂ ਕਿਹਾ ਠੀਕ ਹੈ ਜੀ ਆ ਜਾਓ ਕਰ ਲਵੋ ਕਸਰੇ ਸਲੀਪ ਤੇ ਮੁਨਾਜ਼ਰਾ। ਅੱਜ ਸਾਡੇ ਭਾਈ ਨੇ ਉਹ ਇਹ ਨਾ ਕ੍ਰਿਸਚਨ ਨਾਈਟ ਭਾਈ,
ਇਹ ਪਹੁੰਚ ਗਏ ਉੱਥੇ ਉਹਨਾਂ ਦੀ ਬਰਾਤ ਤੇ, ਇਹਨਾਂ ਨੇ ਕਿਹਾ ਜੀ ਆਓ ਟਾਈਮ ਪਾਓ ਤੇ ਮਨਾਜ਼ਰਾ ਕਰੀਏ। ਉੱਥੇ ਮੀਰ ਲਤੀਫ ਸਾਹਿਬ ਨੇ ਸਾਰਾ ਟਾਈਮ ਟੂ ਪਾ ਲਿਆ। ਮੈਂ ਫਿਰ ਉੱਥੇ ਪਹੁੰਚਿਆ, ਮੈਂ ਕਿਹਾ ਜੀ ਕਸਰੇ ਸਲੀਬ ਤੁਸੀਂ ਦਾਵਾ ਕਿੱਥੋਂ ਕਰੋਗੇ, ਸਾਡੀ ਕਿਤਾਬ ਤੋਂ ਦੋਗੇ ਹਵਾਲਾ ਕਿ ਆਵਾਜ਼ ਆ ਰਹੀ ਹੈ ਨਾ ਮੇਰੀ ਦੂਜੀ ਆਈਡੀ ਤੋਂ ਨਾ ਆ रही आवाज आ रही। ਆਹੋ ਮੈਂ ਨਾ ਉਹ ਦੂਜੀ ਆਈਡੀ ਤੋਂ ਨਾ ਚੁੱਕੋ। ਅੱਛਾ ਤੇ ਇਹ ਜੀ ਤੁਸੀਂ, ਮੈਂ ਕਿਹਾ ਤੁਸੀਂ ਕਿੱਥੋਂ ਦੋਗੇ ਸਾਨੂੰ ਦਲੀਲ? ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਦਾਂਗੇ ਕੁਰਾਨ ਹਦੀਸ ਤੋਂ ਦਲੀਲ। ਮੈਂ ਕਿਹਾ ਯਾਰ ਉਹ ਵੇਖੋ ਸਾਡੇ ਵਾਸਤੇ ਤੇ ਹੁਜਤ ਨਹੀਂ ਹੈ ਨਾ, ਅਸੀਂ ਤਾਂ ਨਹੀਂ ਮੰਨਦੇ ਇਸ ਗੱਲ ਨੂੰ, ਤੁਸੀਂ ਸਾਨੂੰ ਦਲੀਲ ਦੇਣੀ ਹੈ ਸਾਡੀ ਕਿਤਾਬ ਤੋਂ। ਇਹਨਾਂ ਨੇ ਕਿਹਾ ਜੀ ਸਾਡਾ ਤੇ ਦਾਵਾ ਹੀ ਕੋਈ ਨਹੀਂ ਹੈ ਬਾਈਬਲ ਦੇ ਵਿੱਚ ਕਿ ਮਸੀਹ ਯਿਸੂ ਦੀ ਪੇਸ਼ਗੋਈ ਹੈ ਕਿ ਮੈਂ ਆ ਕੇ ਕਸਰੇ ਸਲੀਪ ਕਰਾਂਗਾ। ਤੇ ਮੈਂ ਕਿਹਾ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ। ਮੈਂ ਕੋਈ ਗਲਤ ਗੱਲ ਕੀਤੀ ਆਮਿਰ ਭਾਈ ਤੁਸੀਂ ਦੱਸੋ। ਹੁਣ ਮੈਨੂੰ ਅਗਰ ਕੋਈ ਬੰਦਾ ਕੁਰਾਨ ਹਦੀਸ ਤੋਂ ਕੋਈ ਗੱਲ ਦੇਗਾ ਤੇ ਮੈਂ ਮੇਰੇ ਵਾਸਤੇ ਹੁਜਤ ਹੈ ਉਹ, ਜਾਂ ਮੈਂ ਤੁਹਾਨੂੰ ਤਨਾਖ ਤੋਂ ਕੋਈ ਗੱਲ ਦਵਾਂ ਜਾਂ ਬਾਈਬਲ ਤੋਂ ਗੱਲ ਦਾਂ, ਗੀਤਾ ਤੋਂ ਗੱਲ ਦਵਾਂ, ਉਹ ਹੁਜਤ ਹੈ ਤੁਹਾਡੇ ਵਾਸਤੇ? ਜਾਂ ਅੱਜ ਆ ਕੇ ਜਿਹੜੇ ਮਲਕ ਤਲਤ ਸਾਹਿਬ ਨੇ ਇਹ ਤੁਹਾਨੂੰ ਮਿਰਜ਼ਾ ਸਾਹਿਬ ਦੀ ਕਿਤਾਬ ਤੋਂ ਦੇਣ ਕੇ ਜੀ ਇਹ ਵੇਖੋ ਮਿਰਜ਼ਾ ਸਾਹਿਬ ਨੇ ਲਿਖਿਆ ਮੈਂ ਮਸੀਹ ਮੌਊਦ ਹਾਂ, ਤੁਸੀਂ ਮੰਨੋਗੇ? ਅੱਛਾ, ਉਹਨਾਂ ਮਲਕ ਸਾਹਿਬ ਦੇ ਜਮਾਤ ਦੇ ਬੰਦੇ ਨਾ ਸਿਰਫ ਉਹ ਜਿਨ੍ਹਾਂ ਨੇ ਗੱਲ ਕੀਤੀ ਹੈ ਉਹਨਾਂ ਦੀ ਗੱਲ ਕਾਬਲੇ ਤਵੱਜੋ ਹੈ, ਬਲਕਿ ਥੱਲੇ ਵੀ ਕੋਈ ਬੰਦੇ ਆਏ ਨੇ ਤੇ ਉਹਨਾਂ ਦੀ ਵੀ ਗੱਲ ਕਾਬਲੇ ਤਵੱਜੋ ਹੈ। ਉਹ ਵੀ ਕਹਿੰਦੇ ਨੇ ਕਿ ਮੀਰ ਸਾਹਿਬ ਤੇ ਫਰੀਕੇ ਮੁਖਾਲਫ ਉਹਨਾਂ ਦੀ ਅਦਮ ਮੌਜੂਦਗੀ 'ਚ ਉਹਨਾਂ ਦੇ ਬਾਰੇ ਆਪ ਹੀ ਫੈਸਲਾ ਕਰਨ ਬੈਠੇ ਹੈ। ਕੋਈ ਬੰਦਾ ਹੈ ਜਿਹੜਾ ਮੀਰ ਸਾਹਿਬ ਨੂੰ ਬੁਲਾ ਲਿਆ ਵੇ ਇੱਥੇ ਤੇ ਪੁੱਛ ਲਈਏ ਵੀ ਜੇ ਤੇ ਜੋਜ਼ਫ ਸਾਹਿਬ ਜ਼ਿਆਦਤੀ ਕਰ ਰਹੇ ਨੇ ਤੇ ਸਾਰੇ ਰਲ ਕੇ ਜੋਜ਼ਫ ਸਾਹਿਬ ਦੀ ਮਜ਼ਮਤ ਕਰਨੇ ਆ ਕਿ ਕਿਉਂ ਤੁਸੀਂ ਉਹਨਾਂ ਨੂੰ ਮੀਰ ਸਾਹਿਬ ਨੂੰ ਇਸ ਗੱਲ 'ਚ ਮੁਲਜ਼ਮ ਬਣਾ ਰਹੇ ਹੋ? ਲਿਆਓ ਭਲਾ ਮੀਰ ਸਾਹਿਬ ਨੂੰ ਬੁਲਾ ਕੇ ਜਾਂ ਉਹਨਾਂ ਨੂੰ ਪੁੱਛ ਕੇ ਆਓ ਕਿ ਕਿਆ ਤੁਸੀਂ ਇਹ ਗੱਲ ਆਖੀ ਹੈ ਕਿ ਮਨਾਜ਼ਰਾ ਕਰਨਾ ਕਸਰੇ ਸਲੀਬ ਤੇ ਦਲੀਲ ਦੇਣੀ ਜੋਜ਼ਫ ਸਾਹਿਬ ਨੂੰ ਬੁਖਾਰੀ ਮੁਸਲਮ 'ਚੋਂ। ਸੁਭਾਨ ਅੱਲਾਹ, क्या जोसेफ मसीह वास्ते बुखारी मुस्लिम हुज्जत है या कुरान हुज्जत है? ए मनाज़र तैयार कीते ने जमाते अहमदिया ने सारी उम्र इस दश्त दी सही च गुजरी। ਜਦੋਂ ਥੱਲੇ ਅਸੀਂ ਉਤਰੇ ਆ ਨਾ ਮੈਂ ਤੇ ਕ੍ਰਿਸਚਨ ਨਾਈਟ ਭਾਈ ਤੇ ਪਿੱਛੋਂ ਇਹ ਉੱਥੇ ਵਾਦਾ ਉਹ ਕਰਦੇ ਰਹੇ ਨੇ ਇਹ ਜੀ ਅਸਾਂ ਕਸਰੇ ਸਲੀਪ ਕਰ ਛੜੀ, ਅਸਾਂ ਕਸਰੇ ਸਲੀਪ ਕਰਤੀ। ਆਪ ਹੀ ਮਨਾਜ਼ਰਾ ਮੇਰੇ ਨਾਲ ਤੈਅ ਕੀਤਾ। ਮੈਂ ਕਿਹਾ ਜੀ ਸਾਡੀ ਕਿਤਾਬ ਤੋਂ ਦਲੀਲ ਤੋਂ ਦੇ ਦੇਣਾ, ਇੱਕ ਮੌਕਮ ਆਏ ਤੇ ਦੇਣਾ ਕਿ ਮਸਾਇਆ ਨੇ ਕਿਹਾ ਹੋਏ ਕਿ ਮੈਂ ਆਵਾਂਗਾ ਨਾ ਜਦੋਂ ਤੇ ਮੈਂ ਸਲੀਪ ਭੰਨ ਛੱਡਣੀ ਹੈ, ਬਾਈਬਲ ਤੋਂ ਇੱਕ ਹਵਾਲਾ ਦੇ ਦੇਣਾ। ਤੇ ਆਪ ਮੁਕਰ ਗਏ ਨੇ ਕਿ ਨਹੀਂ ਜੀ ਸਾਡਾ ਤੇ ਦਾਅਵਾ ਹੀ ਕੋਈ ਨਹੀਂ ਹੈ, ਅਸੀਂ ਤੇ ਤੁਹਾਨੂੰ ਸਾਬਤ ਕਰਾਂਗੇ ਕੁਰਾਨ ਤੇ ਹਦੀਸ ਤੋਂ, ਰਸੂਲ ਅੱਲਾਹ ਦੇ ਬਿਆਨ ਤੋਂ। ਤੇ ਮੈਂ ਕਿਹਾ ਜੀ ਉਹ ਸਾਡੇ ਵਾਸਤੇ ਹੁਜਤ ਕੋਈ ਨਹੀਂ ਹੈ, ਇਹ ਜੀ ਫਿਰ ਮਨਾਜ਼ਰਾ ਨਹੀਂ ਹੋ ਸਕਦਾ। ਆਪ ਫਿਰ ਮਨਾਜ਼ਰਾ ਕੈਂਸਲ ਕੀਤਾ ਤੇ ਆਪ ਕਹਿੰਦੇ ਨੇ ਅਸਾਂ ਕਸਰੇ ਸਲੀਪ ਕਰ ਛੜੀਏ। ਤੇ ਇਹ ਕਹਿ ਰਹੇ ਨੇ ਕਿ ਜੀ ਅਸੀਂ ਤੇ ਮੀਰ ਸਾਹਿਬ ਦੇ ਇਹ ਸਾਡੇ ਥੱਲੇ ਉਤਰਨ ਤੋਂ ਬਾਅਦ ਇਹਨਾਂ ਦੇ ਇਹ ਉੱਥੇ ਬਿਆਨਾਤ ਨੇ ਤੇ ਇਹ ਥੱਲੇ ਬੈ ਕਹਿ ਰਹੇ ਨੇ ਮਲਕ ਤਲਤਵਾਨ ਸਾਹਿਬ ਨੂੰ ਪੁੱਛ ਲਓ ਕਿ ਮੈਂ ਕੋਈ ਜ਼ਿਆਦਤੀ ਕਰ ਦਿਆਂ ਵਾਂ ਜਾਂ ਹੋਰ ਇੱਥੇ ਕਿੰਨੇ मलक साहब ते एग्री ने, मलक साहब ते एग्री ने। थोड़ी सी मैं बात कर दूं आपको, इजाजत है आमिर साहब? जी जी बोले बोले मलक साहब। बात ये है कि देखें हमारी जो बात है उनका बात के जो लफ्ज़ हैं वो ठीक नहीं है, लेकिन हम अपने अकीदों से ही दलील देंगे ना, लेकिन अकली दलील से देंगे। हम आपको नहीं हवाला देंगे कि कुरान में ये लिखा हुआ है वहाँ लिखा हुआ है, क्योंकि हमने आपसे मुनाजरा कर रहे हैं। हम आपके साथ अकली दलील पर बात करेंगे जो आप अपनी कुतुब से बताएंगे, हम आपसे मांगेंगे दलील, इस पर दलील कायम करो। फिर हम जो अपना अकीदा बताएंगे हम आपको नहीं बता, हमारा हक नहीं है बताना कि हम कुरान और हदीस से आपसे बात करेंगे, लेकिन बात कुरान से ही करेंगे, क्योंकि कुरान से बड़ा सच हम हमारे पास है ही नहीं है। हम आपके हवाला नहीं देंगे कुरान का, बल्कि कुरान के हवालों से दलीलें कायम करेंगे, अकली दलीलें कायम करेंगे हम आपके सामने, और उनको दलीलों को इंशाल्लाह कोई रद्द नहीं कर सकता। ये हमारा दावा भी है और चैलेंज भी है। तो कहने का मकसद है उनकी ये बात कहना, ये अल्फाज ठीक नहीं है कि हम आपको कुरान से हवाला देंगे और हदीसों से देंगे, क्योंकि आपके लिए हुज्जत नहीं है कुरान ना हदीसें। लेकिन अकली दलील तो आपके लिए हुज्जत है ना, जो हम अकीदा बयान करेंगे उस पर दलीलें देंगे, अकली दलीलें देंगे कि यहाँ से ये है, यहाँ से ये, यहाँ से। और जो आप बताएंगे आपकी भी कुतुब हमारे लिए हुज्जत नहीं है। आप अपनी कुतुब में जो कुछ है वहाँ से लेकर आप भी अकली दलीलें कायम करेंगे, और दलीलों का मुकाबला दलीलों से होना है। ना आपकी किताब हमारे लिए हुज्जत है, या आपके अकायद जो है, आपके अकायद हमारे लिए हुज्जत नहीं है, ना हमारे आपके लिए। बिल्कुल ठीक बात है, लेकिन आपकी अकली दलील और हमारी अकली दलील का मुकाबला होगा। आप जहाँ से मर्जी जाके बनाएं दलील,
آپ کتاب کا حوالہ نہیں دیں ہمیں، لیکن عقلی دلیل اس پر بنائیں کہ آپ کی کتاب میں یہ، وہاں سے جو آپ کے پاس عقلی دلیل بنتی ہے بنائیں. ہماری کتاب میں جو بھی ہے وہاں سے ہم عقلی دلیل بتائیں گے، قرآن کا حوالہ نہیں دیں گے آپ کو کہ کوئی ہمارے قرآن میں یہ لکھا ہوا ہے، ہماری حدیثوں میں یہ لکھا ہوا ہے. نہ ہم آپ کو کہہ سکتے ہیں کہ ہم آپ کو بار بار ریپیٹ ہو رہی ہے. نہیں طلعت صاحب، وہ ایک ہی بات بار بار ریپیٹ ہو رہی ہے. یہ بہت اچھا پوائنٹ ہے. نہیں وہ پوائنٹ تو کوئی اچھا نہیں ہے. میں عرض کر دوں کہ یہ آپ کا اپنا ایک بنایا ہوا معیار ہے. ہمارا معیار یہ ہے کہ ہمارے لیے جو ہماری عقل سے بھی زیادہ معتبر ہے وہ چیز ہے ہماری کتاب. تو ہماری کتاب سے دو ٹوک دلیل دیں. اب آپ کی عقل سے بھی زیادہ جو معتبر ہے وہ ہے کتاب آپ کی قرآن. آپ قرآن کو مانتے نا، چلیں مرزا صاحب کی کتابوں کو چھوڑ دیتے ہیں تھوڑی دیر کے لیے. قرآن مجید آپ مانتے ہیں اتم ہے، اس سے آپ کو دلیل دی جائے گی، آپ کا سرنگوں ہو جائے گا. اسی طریقے سے ہمیں جب دلیل دی جائے گی ہمارا سرنگوں ہو جائے گا. ہماری عقل کی تو کوئی حیثیت ہی نہیں ہے. ان سے صرف اتنا سوال کیا گیا کہ آپ ایک دلیل دے دیں، پہلے محکم آیت دیں، اس کے بعد اس کے اوپر آپ جرا کرتے رہیں جتنی مرضی کرنی ہے، یا آپ اس کی تفسیریں کریں، حاشیہ رائے کریں، جو مرضی کریں پھر بعد میں بیٹھ کے، ہمیں بھی حق ہوگا. تو وہ کہہ رہے ہیں بھئی آپ کی کتاب کے اندر تو کوئی ایسی بات ہی موجود نہیں ہے. میں بھی تھوڑی دیر کے اندر میں کوشش کر رہا ہوں کہ وہ اس کو ریکارڈنگ کو دوسرے فون پہ چلا دوں، تو میں چلا کے سنا دیتا ہوں آپ کو. انہوں نے کہا ہے بھئی آپ کی کتاب کے اندر یہ پیج کوئی موجود ہی نہیں ہے کہ مسیح آئیں گے اور صلیب کو توڑیں گے. وہ اگر آپ کو نہیں یقین بلا لیں ان کو، آپ ابھی اب بلا لیں، یا وہ ڈھونڈ لو صاحب. آپ اپنی اور بہت سارے بندے بیٹھے تھے. ورسز سے عقلی بات ثابت کریں گے نا، اپنی ورسز سے. ہاں تو ورس تو دینا پہلے. میرا یہ بات ہے کہ بھئی آپ محکم دلیل دیں پہلے. ہاں جی، پہلے ایک محکم دلیل ہوگی نا کہ بھئی یہ ہمارے پاس دلیل ہے آپ کی کتاب سے. وہ محکم دلیل یہی ہوتی ہے نا کہ جو ورس ایک بات کہہ رہی ہے اس سے کیا عقلی بات نکل رہی ہے. اچھا یہ بات انہوں نے نہیں کہی کیونکہ وہ مناظر ہے آپ کے. میں تھوڑی دیر میں کوشش کرتا ہوں کہ ریکارڈنگ چل جائے کسی طریقے سے. انہوں نے کہا ہے کہ آپ کی بائبل سے یہ بات ثابت نہیں ہوتی کہ مسیح آئیں گے اور صلیب توڑیں گے. یہ بات صرف اور صرف قرآن اور حدیث سے ثابت ہوتی ہے، جو کہ میرے لیے حجت نہیں ہے. یہ تو بات ہے، لیکن جو ملک صاحب بات کر رہے تھے وہ اس سینیریو میں بات ہو سکتی ہے جب عقلی. وہ ان سے پوچھیں نا، ان کو بلا لیں اگر وہ بلا سکتے ہیں ان کو، تو آپ یہاں پہ بھی بات کروا دیں. لیکن میرا تو مدعا ایک ہی ہے. نہیں، میرا مطالبہ صرف ایک ہی ہے. اچھا آپ بھی بتا سکتے ہیں کہ وہ جب ہوں گے موجود تو پھر بات ہو سکتی ہے، ورنہ اس بات کو ایسے ہی پانی میں مدانی ڈالنے والی بات. میں کوشش کرتا ہوں. میں آپ ملک صاحب تہاڈی فیملی دی تصویر آ رہی ہے، اینو سائڈ تے کرو موبائل نو. اچھا سوری وہی تصویر نہیں ایسی آ رہی یار، کیوں؟ اچھا ابھی اگر ایک بات اجازت دے میرے بھائی، اگر وہ نہیں ہے، وہ نہیں کر سکتے، آپ اس پر میرے ساتھ مناظرہ کر سکتے ہیں بھائی. جی آپ کے ساتھ بھی وہی ہمارا مدعا ہوگا کہ آپ ایک محکم دلیل لے کے آئیں گے، مسیح کا قول بائبل میں سے لے کے آئیں گے کہ میں جب واپس آؤں گا تو میں صلیب کو توڑ دوں گا. بس ایک ہمیں محکم دلیل دے دیں. ہماری عقل یا فہم اس کے آگے کوئی وہ نہیں ہے، کوئی اوقات نہیں ہے. میں بتاتا ہوں، میں آپ کو بتاتا ہوں. میرے پاس جو میرا ایمان ہے میں نے اس پر بات کرنی ہے. میں آپ کی کسی کتاب کو نہیں مانتا ہوں، میں وہاں سے کیسے دلیلیں دے دوں؟ آپ کی کتاب میں جو بھی ہے وہ آپ کے لیے ہے، میرے لیے اللہ کی کتاب قرآن ہے. قرآن کے علاوہ میرے لیے حجت نہیں ہے، لیکن میں قرآن سے کوئی بات نہیں کروں گا، دلیل کے ساتھ بات کروں گا. آپ کا جو بھی عقیدہ ہے وہ دلیل سے رد کروں گا، اور جو بھی اپنی بات بتاؤں گا دلیل سے بتاؤں گا، عقلی دلیل سے. اور ہمارا رب بھی یہی کہتا ہے اگر تم سچے ہو تو دلیل لاؤ. نہیں وہ دلیل کہاں سے دیں گے آپ مجھے؟ میں عقل کی بات کروں گا نا. نہیں عقل کی بات کہاں سے کریں گے؟ آپ کا دعویٰ ہے کہ آپ کو یہ بات قرآن اور حدیث نے بتائی ہے. دو ٹوک لکھا ہوا ہے نا. سن لیں کیا نام ہے ملک طلعت صاحب، یہ بات جو ہے وہ دو ٹوک لکھی ہے آپ کی کتاب کے اندر کہ حضرت عیسیٰ آئیں گے اور وہ صلیب کو توڑیں گے؟ نہیں لکھی ہوئی دو ٹوک نہیں لکھی. پکی بات ہے نہیں لکھی ہوئی؟ نہیں لکھی ہوئی، بالکل نہیں لکھی. ہاں جی عامر نذیر صاحب تہاڈی کتاباں دے وچ گل لکھی ہے کہ مسیح آئیں گے وہ صلیب توڑیں گے؟ وہ کہہ رہے نہیں لکھی. کتابیں میں قرآن کی بات کر رہا ہوں، باقی کسی کتاب کو میں مانتا ہی نہیں ہوں. اچھا تو یہ صاحب حدیثوں کو نہیں مانتے. نہیں صلیب توڑنے والا جو عقیدہ ہے یہ کہاں سے لیتے ہیں اپنا طلعت صاحب؟ دوسری کتابوں کو بھی مانتے ہیں کہ ایک قرآن کو ماننے والا نا پہلے
बता दूं दूसरे को देखिए प्यारे भाई 2 मिनट प्लीज माइक मलक म्यूट साहब करें प्यारे ठीक भाई है, आप ठीक कह रहे हैं, लेकिन ना गलती हो जाती है, लेकिन सारी 2 मिनट माइक म्यूट कर ले अल्लाह के ब्रदर हुक्म को प्लीज। मानते जज़ाकल्लाह, बहुत शुक्रिया। हैं, नबियों को मानते हैं। तो बात ये है प्यारे भाई ना, हमारा कुरान भी ये कह रहा है कि कुरान की आयत लाओ, नहीं हमारा कुरान कह रहा है, कुरान कह रहा है कि अगर तुम सच्चे हो तो दलील लेकर आओ। कुरान की आयत अगर कोई भी लाएगा उस पर दलील कायम करेगा। तो हमारे कुरान में कहीं नहीं लिखा हुआ ऐसी बात। ये एक अकली बात है कि जो अल्लाह का रसूल आना था, जो अकीदे गलत अकीदे होते हैं उनको उसने ही आके तोड़ने हैं। हमारे अकली दलील है, उस पर हम बात करेंगे। कुरान में ये चीज़ नहीं लिखी, अल्लाह ताला ने नहीं बताया हमें। लेकिन ये बात ठीक है, जो अकायद गलत होते हैं उनको नया नबी रसूल ही आके तोड़ता है और नई हुज्जतें कायम करता है अल्लाह के हुक्म से। ये बात बिल्कुल ठीक है, ये दलील है, अकली दलील। हम अकली निज़ाम पर बात करेंगे। ना मेरा दावा है कि कुरान में ये लिखा हुआ है और ना मैं कुरान से साबित। मलक साहब, कुरान में मसीह अलैहिस्सलाम के आने का जिक्र मौजूद है? नहीं है, बिल्कुल नहीं है। तो फिर गल मुक्की तो फिर तुसी कसरे सलीब के तो कुरान च पेश करोगे? तो किसने कहा है? मैंने ये कहा है कि मैं पेश करूंगा, फिर देखिए अपनी तरफ से अल्फाज लगा लगा के खुद ही इतराज, खुद ही बातें बना बना। मैंने तो ये दावे ही नहीं है कि मैं कुरान से साबित करूंगा। नहीं, इन्हां नाल कसरे सलीब ते मुनाजरा हो सकता है। देखिए उन्हें पता है, वो इल्म वाली शख्सियत है, पुराने एमडी हैं, वो जाने। मैं अपनी बात कर सकता हूँ, उनकी ऊपर मैं नहीं बात कर सकता। उनके पास कुछ होगा तो वो बात नहीं, आमिर भाई नहीं हो सकता, उन्होंने मना कर दिया है। मीर लतीफ साहब ने, मैं कोशिश करता हूँ, थोड़ा टाइम लगेगा। उन्होंने कहा है कि कसरे स्लीप के ऊपर मुनाजरा इसलिए नहीं हो सकता क्योंकि बाइबल के अंदर कोई ऐसी बात नहीं है, मसाया ने ये कहा कि मैं आगे स्लीप को तोड़ूंगा, कोई ऐसी बात नहीं है। तो हमारे लिए हुज्जत अकल या फहम ये तो मेरे लिए कोई हुज्जत नहीं रखती। मेरे लिए हुज्जत लेकिन किताब से दो टोकायत। उस दिन उन्होंने सबके सामने ये बात कही थी कि अब आपके साथ मुनाजरा होगा कसरे सलीब पर, और बाद में भी इसका इरादा उन्होंने किया है अंसर रज़ा साहब के सामने। भाई जी, हमारे नज़दीक कसरे सलीब से मुराद ये है कि हमने इनको ये साबित करना है कि ईसा अलैहिस्सलाम खुदा के बेटे नहीं हैं, और ये जो सलीब का अकीदा बनाकर बैठे हुए हैं ना, जिसकी बुनियाद पर ये कहते हैं कि यसू ने हमारे लिए जान दे दी और लानती मौत जो है वो कबूल कर दी, हमने इसको बातिल साबित करना है। पर ये साबित करना है कि ईसा अलैहिस्सलाम ना तो खुदा के बेटे थे और ना ही उन्होंने कुर्बानी दी है। ये जो सलीब का अकीदा बनाकर आप बैठे हुए हैं ना, जिसकी बुनियाद पर आप कहते हैं कुर्बानी दे गया है, अब शरीयत जो है वो ख़त्म हो गई है। अब शरीयत में हमने इसको हमने इसको चाहते हैं कि माहौल खराब हो। क्या माहौल खराब हो? आपकी किताबों में तो लिखा हुआ है बयान करने से माहौल खराब कालू भाई आपको मैं कह रहा हूँ, एक मिनट बात सुने ना प्लीज। देखिए अभी किसी एक मिनट जोसेफ मसीह साहब, एक मिनट जोसेफ मसीह साहब, एक मिनट देखें कालू साहब, अभी यार एक मिनट भाई, हम किसी के अकीदे पर अभी नहीं बात कर रहे, बहस नहीं कर रहे। गलत है, ठीक है, उनका अपना है, हमारा अपना है, लेकिन हम अभी उस पॉइंट पर बात कर रहे हैं जिस पर मुनाजरा होना था। अभी हम वहां से शुरू थोड़ी कर रहे हैं कि यहाँ पर ये क्यों हो गया, तुम्हारा अकीदा गलत है। उनका ठीक है, उनके नज़दीक तो वो मान रहे हैं, हमारे नज़दीक ठीक है, हम मान रहे हैं। जब वो मुनाजरा करेंगे तो ये बातें अब मुनाजरे की हैं। ओ प्यारे भाई गलत सुनिए, मुनाजरे की बातें। हम अभी ये बात कर रहे हैं कि हमने कहाँ से दलीलें लेनी है, उनको कहाँ से कबूल है, हमें कहाँ से कबूल है, हम इस पर बात कर रहे हैं। और वही मैंने बताया ना कि वो कसरे सलीब से ये मुराद ना लें कि हमने इनको ये दिखाना है कि ईसा अलैहिस्सलाम आएंगे और वो सलीब तोड़ेंगे और इनकी बाइबल से हमने दिखाना है। हमारा जो कसरे सलीब है, जिन्होंने सुने कालू भाई आपकी बात ठीक है, आपके नजदीक है, लेकिन जिन्होंने इनसे मुनाजरा तय किया था ना, ये उनका काम है इनसे डिसाइड करना या बात करना या एक दूसरे के। मैं तो हम अपनी बात कर रहे हैं, उनकी तो हम बात ही नहीं कर रहे। नहीं, हमने तो इनसे करनी ही नहीं है ना वो हमारे साथ क्यों ये हमारे हमसे ये क्यों नहीं कर सकते? डरते हैं? मर्जी है, कोई जबरदस्ती तो हम नहीं करवा सकते, साढ़े ना करो, उन्होंने कर सकते, अगर हमसे नहीं कर सकते तो उनकी यहाँ पर आकर शिकायतें लगाएं, उनके साथ साथ जाकर वहां पर बात करें उनसे। हमारे साथ हमारी बात करनी है तो सामने अच्छे माहौल में म्यूट लगवाने के लिए बुलाया सी आमिर भाई, म्यूट लगवाने वास्ते बुलाया। नहीं म्यूट ना लगाए, कोई भी म्यूट ना लगाए भाई,
بالکل نہیں बुरी बात نہیں میں نے خود لگایا میوٹ میں کہہ رہا ہوں ملک صاحب دے ماڈریٹر نے تے نہیں کوئی ماڈریٹر نہیں ہے کوئی ایکٹیو نہیں ہے ماڈریٹر میں کہہ رہا ہوں کہ اس لیے بلایا کہ بس چپ کر کے بیٹھے رہو آپ تو بات سنتے رہو کریں لیکن میرے پیارے بھائی ہر بندے نے باری باری اب آپ بات کریں فرمائیں اچھا بہت شکریہ جی پہلی بات تو یہ کہ کالوں صاحب آئے ان سے تو مخاطب ہی نہیں تھے انہوں نے آ کے کہا جی ہمارا مطلب یہ ہے کہ کسر سلیب ہم اس طریقے سے بھائی آپ اپنے مطلب لیتے رہے آپ تو اپنے مطلب سے مرزا صاحب بھی کہتے ہیں مجھے لعنتی قرار دیا جاوے میرے گلے میں رسا ڈال دیا جاوے آپ مطلب لیتے رہے مجھے کوئی مسئلہ نہیں ہے اس سے میرا تو دعویٰ یہ ہے اور میرا مطالبہ بھی یہ ہے کہ مجھے یعنی دو جس کے گلے میں رسا ڈالا جائے وہ لعنتی ہو جاتا ہے کالو صاحب انہیں بات کرنے دے پوری اللہ بھائی بکواس کرنے دوں اس کو میں نہیں تو آپ نے نہیں کی پلیز کیا تمہاری کتاب میں کیا لکھا ہوا ہے مرزا صاحب یہ میں دکھاؤں گرانتیوں کا خاطر مجھ کو رسوا کیا جاوے میرے گلے میں رسا ڈال دیا جاوے ٹھیک ہے ہاں تو مرزا صاحب کے ساتھ تو یہ نہیں ہوا یسو کے ساتھ یہ ہو گیا کوئی نہیں ہوا مسایہ کے ساتھ بھی نہیں ہوا مرزا صاحب کے نہیں ہوا ساتھ یسوع نے کیا ہے بات کر پوری کرنے دینے جوزف نے کیا یہ اچھا ملک صاحب ਤੁਹਾਡਾ ਕੰਟਰੋਲ ਕੋਈ ਨਹੀਂ ਆਪਣੀ ਬਰਾਦਰੀ ਤੇ ਤੇ ਤੁਸੀਂ ਕਾਹਨੂੰ ਆਪਣੀ ਬਰਾਦਰੀ ਉੱਤੇ ਚੁੱਕ ਲਈ ਜੇ ਤੁਹਾਡਾ ਉਹਨਾਂ اے دیکھ لو اے بول پہ آجے ایک منٹ آپ صاحب اپنی بات پوری کریں جو کسی کی بات میں بولے گا احمدی ہے غیر احمدی میں نیچے اتار دوں گا ہاں طلعت بھائی اس کو کہیں گے اپنی زبان آپ کالو بھائی آپ ہی چپ کر جائیں امین عزیز صاحب میں وہی اس کو وارن کالو کر دیں کہ زبان بھائی میری زبان اردو ہے پنجابی ہے کیڑی ہے سنتے لو لالا انہوں کہو کہ زبان انی استعمال کریں جنہی بات تیری بات انہیں اندر آئیے پلیز جی جوزف بھٹی صاحب آپ اپنا موقف جو بھی رکھنا چاہتے ہیں رکھیں لیکن الفاظوں کا چناؤ اچھا رکھیں آپ کی عزت الفاظوں کا چناؤ جو ہے وہ ان کی دفعہ نہیں آپ کو یاد آیا میری دفعہ یاد آ گیا یہ کہہ رہا ہے کہ کون سے انہوں نے لفظ کیے ہیں میں بھی ان سے انہوں نے بہت سارے ایسے الفاظ استعمال کیے ہیں جو ہماری بائبل کے اندر لکھے ہوئے نہیں ہیں نہیں نہ لکھے ہوں لیکن اگر انہوں نے کوئی آپ کے عقیدے کی انسلٹ کی ہے تو بتائیں ہاں بالکل انسلٹ کی ہے کیا بتائیں اس کے اوپر بعد میں بات کر لیتے ہیں اب سن لیں انہوں نے یہ کہا ہے کہ جی ہمارا یہ ماننا ہے کہ بھئی کسر سلیب اس طریقے سے ہوتی ہے بھئی آپ جو مرضی مانتے رہیں آپ کا ماننے سے میں تو نہیں نہ چلتا میں آپ سے کہہ رہا ہوں کہ مجھے دو ٹوکے ایک دلیل دے دیں کہ بائبل کے اندر لکھا ہو مسیح نے کہا ہو کہ بھئی میں آ کے سلیب توڑ دوں گا آگے سے آپ حاشیہ رہے جو مرضی کریں ہمیں دو ٹوک دلیل دیں محکم آیت دیں ہم اس کے اوپر سرنگو ہوں گے اتنی سی بات ہے اگر یہ کوئی غلط بات تو آپ بتائیں جی عامر بھائی تسی آپ ملک بھائی بات ہاں آپ ان سے کالو صاحب سے بات کرنا چاہتے ہیں بات کروائیں مجھے کوئی مسئلہ نہیں بات کرنے کا کسی سے بھی کروائیں لیکن میرا جو مطالبہ ہے وہ دو ٹوک آیت کا ہے بس سن لیں آپ کو دو ٹوک آیت کا ہے ہم آپ کو کہہ رہے ہیں ہمارا آیت کے اوپر بھی دلیل ہے اگر آیت ہے اس میں بھی ہم نہیں مانتے ہیں جب تک اس آیت پر دلیل نہیں ہو ہمارا قرآن یہ کہہ رہا ہے اور ہماری عقل یہ کہہ رہی ہے ہم لائلاک مسلم نہیں ہیں ہمارے پاس پورا قرآن ہے اور اس آیتوں کی دلیلیں موجود ہیں دلیل کے بغیر ہم خود نہیں مانتے قرآن یا آیت نہیں مانتے میں نہیں مانتا میں وہی آیت مانتا ہوں جس کی دلیل ہے اور میں دلیل قائم کرتا ہوں الحمدللہ سے لے کے والناس تک پورے قرآن کی جو بھی آیت ہے اس پر عقلی دلیل ہمارے پاس ہے اور اس لیے ہم مانتے ہیں بغیر دلیل کے ہم قرآن نہیں مانتے یہ آپ کو پہلے صاف بات بتا دوں دوسری بات پیارے بھائی آپ کے کیا مسلمات ہیں آپ کو کہاں سے منوانا ہے دلیل سے ہم نے منوانا ہے اگر آپ نے قرآن سے ہماری آیتیں لے لی ہیں پھر آپ کا پورا عقیدہ ہم ڈسکس قرآن سے ہی کریں گے پھر آپ کو قرآن ماننا پڑے گا پھر قرآن سے نکلنے نہیں دیں گے کہ میٹھا میٹھا کھا کے تو کوڑا کوڑا کا ہونا ہے میں نہیں کھانا ایسا نہیں کرنے دیں گے اگر آپ قرآن کی آپ کی بات ہے پھر آپ کا پورا عقیدہ ہم قرآن سے ڈسکس کریں گے اور آپ کو پھر وہ ماننا پڑے گا جو آپ کہہ رہے ہو قرآن سے آیت لے کر آؤ قرآن سے آیت لے کر آؤ پھر ہم آپ کے پورے عقیدوں کی قرآن سے آیتیں دیں گے پھر مانو گے اسے نہیں مانو گے اس لیے پیارے بھائی عقلی دلیل ایک ایسی چیز ہے یہ کامن ہے آپ جو دو گے وہ بھی اور جو ہم دیں گے وہ بھی اگر آپ کے عقیدے کی دلیل ہے تو سر عقل کے اوپر میں اس کو مانوں گا اگر میرے عقیدے کی آپ مانو نہ مانو میں اس کو دلیل کے ساتھ مانتا ہوں اگر آپ کی دلیل مضبوط ہوگی تو میں اپنے عقیدے کو کچرے میں پھینکوں گا ہم لوگ عقیدے سے میں سے تھوڑی ہیں کہ عقیدوں کے مسلمان ہیں ہم سچائی کے مسلمان ہیں سچائی سے مانا ہوا ہے اس لیے پیارے بھائی دلیل ایک چیز ہے دونوں کے لیے حجت ہے دلیل سے آپ بات کرنا چاہتے ہیں اگر قرآن سے آیت مانگیں گے پھر میں آپ کا پورا عقیدہ ملک صاحب آپ ایک ہی بات بار بار کری جا رہے ہیں قرآن سے آیت میں نے تو آپ سے کہا ہی نہیں قرآن سے آیت دیں میں نے کہا ہے آپ کو
आप खुद कह रहे हो कुरान से आयत रखो, कुरान से आयत रखो, और कौन आपने क्या कहना है? यही तो आमिर भाई मैंने मुतालबा कहा था। इनको कुरान से आयत है। अभी थोड़ी देर बाद पहले हुई है कि अमीर साहब से यही तो मुतालबा था कि कुरान करीम से नहीं, हमें अंजील से। हाँ जी, हमें अंजील से दें। मैं आपको कह रहा हूँ कि आप हमें कुरान बाइबल से पाक आयत को आप दो झूठा टोक। मानते हैं? मैं एक मिनट प्यारे भाई, आप इंजील को अल्लाह की किताब मानते हैं, आसमानी किताब मानते हैं जी? ओ भाई मानते हैं, बिल्कुल 100% मानते हैं, ये कोई ढकी छुपी बात है। ये आसमानी किताब है आपकी? हाँ बिल्कुल आसमानी किताब है। ये ईसा अलैहिस्सलाम पर नाज़िल हुई है? ये देखो आगे से। और भाई हमारे ये देखिए, ये एक नया टॉपिक है। आपने अगर हमें हमारे साथ मुनाजरा करना है, हमें नया आपको टॉपिक दलील नहीं देनी है ना, हमारी हमारे किताब लिए से। ये हुज्जत नहीं है किताबें। हाँ तो आपके लिए नहीं है ना, हमारे मेरे लिए हुज्जत है कुरान, ना। आपके लिए हुज्जत तो हमारे लिए भी एक किताब है, आपके लिए भी आपकी किताब है, तो भाई, आप अपनी मैं किताब यार आप भाई, लोगों को समझ नहीं आती, आपको दी जाएगी दलील आपकी किताब से, अगली दलील आप देंगे बनती है मेरी किताब यही। से। तो मलक साहब तुसी सारे बंदे क्यों नहीं बोलते पे? दो जज्जा भाई एक मिनट ना प्लीज, जज्जा भाई फिर वो इतराज करते हैं, निकल जाते हैं। बंदे ने कम से कम 5-6 बंदे तो बोलने चाहिए। ज्यादा रखते हैं, लेकिन प्लीज बात ये है कि आमिर साहब जहाँ पर हम गलत होंगे आप बताइएगा कि उनकी कुतुब मेरे लिए हुज्जत नहीं है, मेरी कुतुब उनके लिए हुज्जत नहीं है, तो हम किस चीज पर बात करेंगे? दलील पर बात करेंगे ना, कि आपकी दलील क्या? आप जहाँ से मर्जी अकीदा लाओ, अपनी कुतुब से लाओ, आसमान से लाओ, जमीन फाड़ के अंदर से ले आओ, दलील आपने कायम करनी है। हमने अपने जहाँ से मर्जी लाए, हम आपको नहीं हवाला देंगे कि अकली दलील होगी ना जी, अकली दलील होगी, अकली दलील होगी ना, जब आपकी किताब उनके लिए हुज्जत नहीं है। इसी बात में आपको करके फिर मैं आपको इनको माइक देता हूँ। पूरा दीन इस्लाम अकली दलील पर कायम है। जिधर दलील नहीं है वो अल्लाह का दीन नहीं है, अल्लाह का इस्लाम नहीं है। जज़ाकल्लाह। आप इनको अकली दलील से समझा लेंगे कि भाई कसरे सलीब हो गई है, समझाना नहीं दलील से कर है, लेंगे। मैंने दलीलें देनी है, मैंने समझाना नहीं है। अल्लाह ने अपने नबी को कहा ठीक है कुरान के अंदर कि मैंने तुम्हें दरोगा नहीं बनाया, तेरा काम है सिर्फ पैगाम पहुंचा देना, बस हट जा, मैं जाना ये जाने, मैंने इसे ठीक है, बनवाना agree हूं नहीं मैं है। आपसे। मुझे दलील- एक आमिर साहब दलील एक बात दे। बताएं, एक मिनट, कितना अच्छा हो गया हम आपस में बातें कर रहे हैं। आपने हमारी मान ली है या हमने आपकी मान ली है? हम दलीलें देते हैं, आप दलीलें देते हो। कर दो, मैं कह देता है मलक साहब, मेरे मुंह चो स्लिप ऑफ टंग हो गया, मैं क्या समझा लोगे? मतलब है इसी कि तुसी दलील दे लोगे अकली, नकली नहीं दे सकते। ਤੁਹਾਡੀ ਡਾਕੂਮੈਂਟ ਨੂੰ ਉਹ ਨਹੀਂ ਮੰਨਦੇ, ਉਹਨਾਂ ਦੀ ਡਾਕੂਮੈਂਟ ਨੂੰ ਤੁਸੀਂ ਨਹੀਂ ਮੰਨਦੇ। ਤੁਸੀਂ ਅਕਲ ਨਾਲ ਇਹਨਾਂ ਨਾਲ ਦਲੀਲ ਦੇ ਲੋਗੇ कि भाई दलील ਜਿਹੜੀ है आ जाए, सामने आ जाएंगे, लोगों को पता चल जाएगा किसकी दलीलें मजबूत है और किसकी दलीलें कमजोर है। ਕਿਉਂਕਿ ਮੀਰ ਸਾਹਿਬ ਦਾ ਇਹ ਦਾਵਾ ਸੀ ਕਿ ਅਸੀਂ ਕਸਰੇ ਸਲੀਬ ਕਰ ਦਿੱਤੀ ਹੈ, ਤੇ ਤੁਸੀਂ ਹੁਣ ਅਕਲ ਨਾਲ ਫਿਰ ਅਗਰ ਦਲੀਲ ਦੇਣਾ ਚਾਹੁੰਦੇ ਹੋ ਤੇ ਗੱਲ ਸ਼ੁਰੂ ਕਰ ਲਓ। ਤੁਹਾਡੀ ਤਰਫੋਂ मैं ਇੱਕ कह ਬੰਦਾ रहा ਗੱਲ हूं, ਕਰਿਓ ਵੀ मैं ਇਕੱਲੇ ਗੱਲ ਕਰ, ਲੇਕਿन मैं हाजिर हूँ। ਚਲੋ ਠੀਕ ਹੈ, ਤੁਸੀਂ ਗੱਲ ਕਰਨੀ ਹੈ ਤੇ 1 on 1 ਗੱਲ ਕਰੋ, ਤੇ ਕੋਈ ਐਸਾ ਲਫ਼ਜ਼ ਨਾ ਇਸਤੇਮਾਲ ਕਰਿਓ ਜਿਹੜਾ ਪਹਿਲਾਂ ਤੁਸੀਂ ਕਰੋ ਤੇ ਅੱਗੂ ਜਵਾਬ ਆਵੇ ਤੇ ਤੁਹਾਡੀਆਂ ਚੀਕਾਂ ਨਿਕਲਣੀਆਂ, ਉਹਨਾਂ ਦੀਆਂ आप ਚੀਕਾਂ भाई सुने, ਨਿਕਲਣੀਆਂ। अकली ਵਾਰੀ ਵਾਰੀ दलील ਗੱਲ को तो ਕਰੋ। मिर्जा साहब भी रद्द करते हैं। मिर्जा साहब ने भी कहा है कि कुरान और हदीस की बात है तो अकली दलील को हम फारग करार दे देते हैं, ये तो मिर्जा साहब ने भी कहा है। हाँ, अगर मैं मुझे भी वही कबूल है, बात कर रहा हूँ मुझे कि भाई कबूल मुझे है, अकली दलील नहीं मुझे चाहिए, प्यारे मुझे भाई, मेरी किताब सुन से ले। दे दें दलील। अगर सुन ले, मुझे जरूरत पड़ेगी सुन ले। मैं इनकी किताब से इनको दूंगा दलील। प्यारे भाई बात करके सुन ले, अब बात सुने, मैं आपको साबित कर दूंगा आपकी किताब से कि मिर्जा साहब सलीब से प्यार करते थे। मैं दो मैं टॉप लिखा हुआ दिखाऊंगा, मैं आपने मुझे मेरी किताब से दिखा देना है कि मसीह आएंगे तो सुन ले। मसीह छोड़ देंगे। दो सुन टॉप ले, अब सुने। मलिक साहब, जी अली अहमद साहब, मैंने कहा एक बात आप दोनों के दरमियान में करना चाहता हूँ, हो सकता है वो मामला आपका थोड़ा सा सीधा कर दे। बात ये है कि अगर वैरियर साहब आपको ये दलील दें इंजील से, आपको काबिल कबूल होगी? नहीं है ना जी, मैं तो इंजील को मानता ही नहीं हूँ। नहीं, अगर आप दें इनको दलील और मैं वहां से दिमाग आप खराब है, बाइबल आप कैसी बात, मैं उसको मानता नहीं हूँ, उसमें दलीलें ढूंढ के इनको मैं देता रहूँ। ओके, आप उसको मानते नहीं है, आप इनको बाइबल से दलील नहीं मिर्जा देंगे। साहब ने ये ढूंढ कुरान ढूंढ के को नहीं अब्दुल्ला मान- तुमको देते थे दलीलें। देखिए जाके मिर्जा साहब से पूछे, उनका आखिरी आरामगाह इंडिया में है, वहां जाए और ये सवाल उनसे करें जाके। क्या आपने सवाल करना है, मैंने नहीं करना। मेरा नहीं, ख्याल आप नहीं मुनाजरा करना, चल आपको नहीं सकता, बराबर अल्लामा कर रहा है साहब ये सवाल, मुझे तो नहीं कर रहा। बहुत आला, बहुत ये आला हमारा जवाब मलिक बात साहब करने का। की जरूरत नहीं है, ऐसी
ہاں ججا نہیں، بھائی یار، آپ کو جڑے- ریکویسٹ ہے جڑے ججا بھائی ਤੁਹਾਡੇ ਨਾਸੇ ججا بھائی پلیز ججا بھائی 2 منٹ مائک ملک صاحب ਤੁਹਾਡੇ ਨਾਸੇ میں ہے بولنگے ਤੇ ਅਸੀਂ ਬਾਤ ختم ਕਰ ਦੇंगे ابھی میرے بھائی جو بیٹھے ہیں میرا آپ سے ਚੁਮੀਆਂ التماس ہے ਲੈਣੀਆਂ ਨੇ ਪਿਆਰ ਲੈਣੇ ਨੇ ਮੇਰੇ ਪਿਆਰੇ ਭਾਈ ਮੇਰੇ عامر بھائی ਪਿਆਰੇ میرا ਭਾਈ ایک ਉਹ ਝੱਟ عامر ਵੱਲ بھائی، مشکل ਦਿੰਦੇ ਨੇ وہ عامر مائک پڑھ کے بولے نہیں ایک دفعہ بھی۔ ایک منٹ اجازت دے دے، مجھے اپنے بھائیوں سے بات کرنے، کوئی بھائی بھی بات کرنا چاہتا ہے وہ سامنے آ جائے، ایک بندہ بات کرے گا۔ تو سیکر بھائی، کالو بھائی اگر آپ سے وہ بات کرنا چاہتے ہیں، آپ کالو بھائی سے بات کرنا چاہتے ہیں جی؟ جی طلعت بھائی آپ ایک بات منٹ کریں۔ کالو کوئی بھائی کریں گے، کوئی بھی بندہ بات کر لے، لیکن ٹھیک ہے۔ مطالبہ وہی ہے کہ ہمیں ہماری کتاب سے 2 ٹوکائے دے دی جائے بس۔ او بھائی آپ کی کتاب ہم مانتے ہی نہیں ہیں۔ نہیں نہیں جوزف صاحب ایک منٹ ٹھہر جو جوزف صاحب میری گل سنو ایک ਤੇ ਵੇ ਕਿਤਾਬ ਅਗਰ ਉਹ ਤੁਹਾਡੀ ਕਿਤਾਬ 'ਚ ਨਹੀਂ ਦਾਵਾ ਕਰਦੇ ਤੁਸੀਂ ਜ਼ਬਰਦਸਤੀ ਉਹਨਾਂ ਦੇ ਗਾਲ ਕਿਤਾਬ ਨਾ ਪਾਓ ਵੀ ਸਾਡੀ ਕਿਤਾਬ 'ਚ ਦਿਓ ਅਕਲ ਨਾਲ ਉਹ ਤੁਹਾਨੂੰ ਅਗਰ ਸਾਬਤ ਕਰ ਦੇਣ ਕਿ ਮਿਰਜ਼ਾ ਸਾਹਿਬ ਨੇ ਕਸਰੇ ਸਲੀਬ ਕਰ ਦਿੱਤੀ ਹੈ ਉਹਨਾਂ ਦੀ ਅਕਲੀ ਦਲੀਲ ਸੁਣ ਲਓ جی ਅਕਲ ਤੇ ਸਾਂਝੀ ਹੈ ਨਾ ਤੁਹਾਡੇ طلعت بھائی نے مینوں گل کر لینا تو پھر طلعت بھائی تو ہی گل شروع۔ جی طلعت بھائی بات یہ ہے کہ آپ بڑے ہیں، سمجھدار ہیں، علم والے ہیں ہمارے سے، آپ ان سے بات کریں۔ میں جس موضوع پر ان سے بات کرنا چاہتا ہوں میں چیلنج کر دیتا ہوں کہ میں ان کو یہ ثابت کروں گا کہ ایک تو یہ جو سلیب کا عقیدہ ہے، یہ جو موجودہ سلیب کا عقیدہ بنا کر بیٹھے ہوئے ہیں، یہ یسوع کا عقیدہ ہی نہیں تھا، انہوں نے بعد میں بنایا ہوا ہے۔ یہ انجیل تورات میں یہ عقیدہ تھا ہی نہیں، انہوں نے بعد میں بنایا۔ دوسرا، موجودہ انجیل اور تورات جو ہے وہ تبدیل ہو چکی ہیں اور عیسیٰ علیہ السلام جو ہیں وہ خدا کے بیٹے نہیں ہیں۔ ان تینوں عقیدوں میں جو بھی ان کو پسند آئے جب چاہیں یہ بات کر سکتے ہیں، باقی ان کے ساتھ آپ ابھی بات کریں، میں خاموش ہوں۔ اور کوئی ججا بھائی، ٹو سیکر بھائی، اور کوئی ہمارا کوئی بھائی ان سے بات کرنا چاہتا ہے تو کر لیں۔ کوئی کرنا چاہتا ہے بھائی؟ نہیں میرا ملک صاحب آپ بات کریں، میں صرف اتنا پوائنٹ دینا چاہتا ہوں کہ جو عقلی دلیل کی بات ہے نا، یہ بڑی آپ کی صحیح بات ہے، عقل ہم سب میں کامن ہے اور ہم نے عقلی دلیل اپنی کتاب سے دینی ہے۔ دیکھیں قرآن مجید کی جیسے آیت ہے، ہم کتاب کا نام نہ لیں، آپ کتاب سے کون منع کر رہے ہیں؟ وہاں سے لیں، انہیں کتاب کا نام نہ بولیں بھائی میں قرآن سے دے رہا ہوں، قرآن ان کے لیے حجت نہیں، ہم انہیں کہہ رہے ہیں کہ ان کی کتابیں ہمارے لیے حجت نہیں ہے، تو ہماری کتاب ان کے لیے حجت ہے۔ ہم قرآن سے ہی دیں گے لیکن بتائیں گے نہیں کہ ہم قرآن کی دے رہے ہیں۔ ہاں بالکل صحیح آپ بالکل صحیح کہہ رہے ہیں، ایگزیکٹلی۔ جی بھائی عامر صاحب آپ مجھے کچھ اجازت دیں گے؟ عامر صاحب اگر بات کریں، ایک منٹ ذرا مجھے جوزف صاحب کی بات سن لینے دیں، وہ کیا چاہتے ہیں۔ ایک منٹ آپ سنیں، لیکن اگر بات کریں گے تو آپ براٹ کو ہینڈل کریں گے، آپ روکیں گے، بولنے دیں گے، جو بھی کریں گے آپ کریں گے، کیونکہ آپ ہم دونوں کے لیے حجت ہے۔ چلیں حجت ہے نا، میں بھی ان کی مانتے ہوں، وہ بھی ان کی مانتے ہیں، دونوں مانتے ہیں۔ ہمارے احمدی بھائی ہوں گے وہ کہیں گے نہیں یار چھوٹا بندہ ہے۔ پوچھ لو ججا صاحب کہ آپ نذیر بھائی حجت میں۔ چلے میں سنوں گا، اگر کوئی زیادتی کسی طرف سے ہوگی تو میں کہہ دوں گا کہ یہ زیادتی نہ کریں، لیکن یہ ہے کہ بات آپ 2 ہی بندے کریں۔ جوزف بھائی سے بات کریں جو وہ کرنا چاہتے ہیں۔ ہاں جی جوزف صاحب، عقلی دلیل وہ دیں گے آپ کو۔ عقلی دلیل تو آپ کے اور ان کے درمیان عقل تو کامن ہے نا، اگر وہ عقل سے ثابت کر دیتے ہیں کہ سلیب ٹوٹ چکی ہے اور آپ کا جو سلیبی عقیدہ ہے یہ پاش ہو چکا ہے، تو پھر ان کا جو کم از کم دعویٰ ہے اس کی دلیل تو انہوں نے دے دی، وہ آپ قبول کریں نہ کریں، صحیح لگے غلط لگے، آپ اس میں سے کیڑے نکالیں جو بھی کریں، لیکن میرے خیال سے اگر نقلی دلیل نہیں دے سکتے زبانی نہیں۔ عامر بھائی آپ جتنی بھی باتیں کرتے ہیں، آپ اتنے پرانے ڈیبیٹر ہیں، مناظرہ کرنے والے ہیں، آپ کو پتہ ہے کہ سب سے پہلے ایک تحریر پیش کی جاتی ہے، اس کے اوپر پھر تفسیر کی جاتی ہے، بحث کی جاتی ہے۔ بغیر دلیل کے، بغیر کسی تحریر کے کوئی بات آگے نہیں بڑھ سکتی۔ ہمارا صرف مطالبہ اتنا سا ہے کہ تحریر دیں ہمیں کہ بھئی مسیح نے آ کے سلیب توڑنی ہے، اس کے اوپر جتنی مرضی 2 گھنٹے بحث کرتے رہے، عقلی دلائل دیں، اس کے اوپر نقلی دلائل اور دیتے رہے، کوئی مسئلہ نہیں ہے۔ یہ تو ان کا دعویٰ ہی نہیں نا، یہ تو انہوں نے میر صاحب نے آپ کو کہہ دیا کہ اس میں بائبل میں اس طرح کی کوئی بات پائی نہیں جاتی۔ ہاں بالکل نہیں پائی جاتی نا۔ مسیح نے سلیب توڑی، مسیح تو سلیب سے پیار کرتے تھے، مسیح تو سلیب پر ایسے چڑھے جیسے ایک گھوڑ سوار جو ہے وہ خوش انان گھوڑ سوار جو ہے وہ گھوڑے کے اوپر چڑھتا ہے، اور مخلوق کی بھلائی کے لیے مسیح یہ جو سلیبی عقیدہ ہے، یہ سلیبی عقیدہ ہے کیا؟
आमिर साहब देखें एटम बम जब फेंकना होता है तो उन्हें छुओ ये किथों फट रहा है जी पिन किथे ना शतन ऐसे काम करो उल्टे इन्होंने बात करनी है तो मैं क्या पता चला के मुनाजरा करना केड़ी गल ते वे एक गल तो समझ आ गई कि करना है कि किसमें सलीब हो गई है हम इन्हें बताएंगे दलील के साथ अब वो दलील कहाँ से देंगे साहब अकली दलील अकल से समझाएंगे नहीं अकली दलील नहीं ना चाहिए एक बात बताएं प्यारे भाई आप बड़े इल्मी दूसरी बात है आमिर भाई अभी सुन ले नहीं है और मिर्जा साहब लोग मसीह मानते नबी मानते मैं नहीं मानता हूँ बात तो सुने एक मिनट बात सुनने प्यारे भाई बात ये है इनकी बात देखें कुरान कहते हैं कुरान से दलील हम नहीं मानते क्योंकि हम कुरान के इनकारी है मैं इनकी किताब का मैं इनकारी हूँ मैं उनकी दलील मैं नहीं मानता फिर कहते हैं कोई कहाँ लिखा हुआ है वहां से दिखा दो वो हम आप कुरान नहीं मानते हो हम आपकी किताबें नहीं मानते हैं तो मैं आपको कहाँ से लिखा हुआ दिखाऊं कैसी बात कर रहे हो आप यार आप इतने इल्मी बंदे हो के ऐसा मुतालबा कर रहे हो जो है हो ही नहीं सकता यार तल्लू साहब आपने मुझे लगता है कहीं सही तरीके से मुनाजरे किए नहीं है वरना जो बड़े मुनाजरे होते हैं ना वो इसी तरीके से होते हैं कि सामने वाले को दलील हमेशा उसकी किताब से दी जाती है आमिर भाई मैं कोई गलत गल कर रहा मुस्लिम मसीही डिबेट्स जितनी भी होती हैं क्रिश्चियंस को उनकी किताब से हवाला दिया जाता है क्रिश्चियन जो है वो मुसलमानों की किताब से हवाला देते हैं वो ठीक है वो आप ठीक बात कर रहे हैं लेकिन उस पर डिपेंड करता है एक मिनट मलक साहब खलो जाओ मलक साहब खलो जाओ ना अच्छा मैं कह रहा कि डिपेंड करता है मौजू की अगर उन्होंने इस मौजू ते गुफ्तगू करनी है कि नबी अलैहिस्सलाम अल्लाह दे सच्चे नबी ने तो हो सकता है ਤੁਹਾਨੂੰ ਤੁਹਾਡੀ ਕਿਤਾਬ ਚ ਦਲੀਲ ਦੇਣ ਦੀ ਕੋਸ਼ਿਸ਼ ਕਰਨ ਅਗਰ ਉਹਨਾਂ ਨੇ ਇਸ ਮੌਜੂ ਤੇ ਦਲੀਲ ਦੇਣੀ ਹੋਵੇ ਕਿ ਈਸਾ अलैहिस्सलाम खुदा नहीं ਜਾਂ ਉਹਨਾਂ ਦੀ ਉਲੂਹੀਅਤ ਦੇ ਖਿਲਾਫ ਰੱਦ ਵਿੱਚ ਕੋਈ ਦਲੀਲ ਦੇਣੀ ਹੋਵੇ ਤੁਹਾਡੀ ਕਿਤਾਬ ਚ ਅੱਜ ਜਿਹੜਾ ਮੌਜੂ ਹੈ ਨਾ ਉਹ ਕਸਰੇ ਸਲੀਬ ਹੈ ਕਸਰੇ ਸਲੀਬ ਵਾਸਤੇ ਉਹਨਾਂ ਦਾ ਇਹ ਦਾਅਵਾ ਹੀ ਨਹੀਂ ਹੈ ਕਿ ਤੁਹਾਡੀ ਬਾਈਬਲ ਦੇ ਵਿੱਚ ਕੋਈ नकली दलील मौजूद इसके ऊपर मुनाजरा कैसे होगा मुझे बता दें कैसे होगा मैं अकली दलील को कैसे मानूंगा मैं लफाजी को तो नहीं ना मानता अकल ना रद्द करेगा ना उन्होंने अकली दलील सुन के अकल ना नहीं मैं तो नकली दलील से रद्द करूंगा मैं तो दिखाऊंगा मिर्जा साहब सलीब से प्यार करते हैं और मसीह भी सलीब से प्यार करते थे वो कैसे सलीब तोड़ सकते हैं यार आप प्यार करते रहे मिर्जा साहब ने सलीब तोड़ी नहीं वो सलीब से प्यार करते थे और यार देखिए अभी इनकी बात देखिए ओ भाई आप बात शुरू करें अपनी बारी में बात करें अभी तक ये ना स्टार्ट ना करें वो क्या करते थे क्या नहीं करते थे आप अपनी बारी में बात करें दलील देंगे आप नकली दे लेना ठीक है हाँ ठीक हो गया शुरू करो गल मलिक साहब अली अहमद साहब तुसी टाइम रखो मैं ड्राइव कर रहा थोड़ा जिहा मेरा सफर रह गया ते 2 मिनट टाइम ला दो 5 मिनट ला दो वैसे 5 मिनट ज्यादा हो जाएंगे बोर हो जाएंगे 3 मिनट लगा देती अच्छा बाकियों को नीचे उतार दे फिर कोई नहीं बोलेगा ये बात है जो बोलेगा नहीं वो असल में स्क्रीन भी बड़ी करनी है कम मैं कह रहा हूँ कि सर आपकी स्क्रीन पहले बड़ी कर देते हमारी जरूरत नहीं है लेकिन ये कि कोई बोलेगा ना ये आपसे वादा कर रहा हूँ उसे नीचे उतार दो अच्छा एक मिनट सबके सामने आईडी से किसी बंदे की आवाज आई तो उसको आपने आराम से क्लिक करके नीचे फेंक देना बिल्कुल क्योंकि आपसे ज्यादा ਮੈਨੂੰ ਨਾ ਦੂਜੀ ਆਈਡੀ ਤੋਂ ਚੁੱਕ ਲਵੋ ਕੱਲਾ ਸਾਹਿਬ ਮੈਨੂੰ ਦੂਜੀ ਆਈਡੀ ਤੋਂ ਚੁੱਕੋ ਮੈਂ ਇਸ ਆਈਡੀ ਤੋਂ ਲੀਵ ਕਰ ਦਿਆਂ आ जा अगर कोई बंदा हमारे ग्रोह का हमें ये कहे कि तुम्हें पता नहीं लग रहा तौहीन हो रही है गुस्ताखी हो रही है इसका मतलब ये है कि वो हमारा ईमान कमजोर समझता है अपने को सही समझता है नई आईडी से आगे नहीं आते हैं तुम्हारा वैसे अहमद नजीर साहब मॉडरेटर कौन है मलिक साहब अली अहमद साहब मॉडरेटर हैं कोई भी मॉडरेटर नहीं है एक आईजी साहब है उसके अलावा कोई नहीं है जोसेफ साहब जो है वो तो फिर ठीक है जो आईजी बने हैं अल्लाह ये नहीं मान रहे हो नहीं मैं तो नकली दलील दूंगा आपको 2 नकली दलील दूंगा मिर्जा साहब सलीब से प्यार करते थे मसाया भी सलीब से प्यार चलें जी बात शुरू करें टाइम रखेंगे अली अहमद साहब आप टाइम रखेंगे मौजूद हैं यार मलिक साहब अली अहमद साहब को मॉडरेटर बनाना चाहिए था आपको वो जो आपने बनाया हुआ है उसकी क्या
मलिक साहब जी 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 मैंने कहा कि अली अहमद साहब को मॉडरेटर बनाएं और 2-3 मिनट टाइम शुरू करें। मैसेज करें टाइम अली हो अहमद गया, साहब नीचे already मैसेज करें, अली अहमद साहब नीचे मैसेज करें। अली अहमद साहब नीचे मैसेज करें, आपको मॉडरेटर बनाया जाए। देखिए ऊपर जो भी बैठे हुए हैं भाई, ये जैसे लफ्ज मर्जी इस्तेमाल करें, मैंने इन्हें रोकना है या मैंने इनसे बात करनी है। मुझसे बड़ा अल्हम्दुलिल्लाह कोई एमडी नहीं है गैरतमंद, आप सब गैरतमंद हैं, तो मैं भी आपकी तरह गैरतमंद हूँ। तो इसलिए प्लीज जो मर्जी है बात कहें, मैंने अपनी बारी में अपने टाइम पर इन्हें जो भी रोकना है करना है मैं करूँगा, आपने बीच में नहीं बोलना किसी ने। प्लीज जो बोलेगा भाई फिर नाराज कोई ना हो, मैं नीचे उतार दूंगा। अली अहमद साहब तुसी मौजूद हो?